ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਬਰ ਪੜਤਾਲ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੋਇਆ। ਮੈਂ ਹਾਂ ਗਗਨਦੀਪ ਸਿੰਘ ਤੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਅੱਜ ਫਿਰ ਖਾਸ ਚਰਚਾਵਾਂ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਸਟੇਜ ਦੇ ਉੱਤੋਂ ਸੰਬੋਧਨ ਕੀਤਾ ਜਾਂਦਾ ਹੈ, ਕੁਝ ਸ਼ਰਾਰਤੀ ਅਨਸਰਾਂ ਦੇ ਖਿਲਾਫ ਉੱਥੋਂ ਨਾਅਰੇਬਾਜ਼ੀ ਵੀ ਹੁੰਦੀ ਹੈ। ਸਟੇਜ ਦੀਆਂ ਉਹ ਗਤੀਵਿਧੀਆਂ ਵੀ ਚਰਚਾਵਾਂ ਦੇ ਵਿੱਚ ਨੇ। ਕੁਝ ਕਿਸਾਨ ਆਗੂਆਂ ਦੇ ਖਿਲਾਫ FIR ਦਰਜ ਹੋ ਚੁੱਕੀ ਹੈ ਦਿੱਲੀ ਪੁਲਿਸ ਦੇ ਵੱਲੋਂ। ਕੀ ਨਾਮ ਨੇ ਅਤੇ ਇਸ ਦੇ ਪਿੱਛੇ ਕਾਰਨ ਕੀ ਦਿੱਲੀ ਪੁਲਿਸ ਨੇ ਦੱਸੇ ਨੇ, ਉਹ ਵੀ ਇਸੇ ਪ੍ਰੋਗਰਾਮ ਦੇ ਵਿੱਚ ਜਾਂਚਾਂਗੇ, ਪੜਤਾਲਾਂਗੇ। ਤੇ ਨਾਲ ਹੀ ਇੱਕ ਹਰਿਆਣੇ ਦੇ ਵਿਧਾਇਕ ਦੇ ਵੱਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਅਸਤੀਫਾ ਦੇ ਦਿੱਤਾ ਗਿਆ ਹੈ, ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਨਾਲ ਹੀ ਹੋਰ ਕਈ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਹੈ। ਜੋ ਕੁਝ ਲਾਲ ਕਿਲੇ ਦੇ ਵਿੱਚ ਬੀਤੇ ਦਿਨ ਹੋਇਆ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਰੁਖ ਬਹੁਤ ਵੱਡੇ ਪੱਧਰ ਦੇ ਉੱਤੇ ਬਦਲਿਆ ਹੈ। ਪੰਜਾਬ ਦੇ ਸਿਆਸੀ ਲੋਕ ਕਿਸਾਨੀ ਅੰਦੋਲਨ ਨੂੰ ਕਿੱਦਾਂ ਵੇਖ ਰਹੇ ਨੇ, ਵੀ ਇਸ ਚਰਚਾ ਦੇ ਵਿਸ਼ੇ ਦੇ ਵਿੱਚ ਰੱਖਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ, ਫਿਰ ਚਰਚਾ ਦੇ ਵੱਲ ਵਧਾਂਗੇ। ਡੱਲਾ ਸਵਾਗਤ ਹੈ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬੀ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਜੋ FIR ਦਰਜ ਕਿਸਾਨ ਆਗੂਆਂ ਦੇ ਉੱਤੇ ਹੋਈਆਂ ਨੇ, ਉਹਨਾਂ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ, ਇਹ ਸੁਭਾਵਿਕ ਸੀ ਗਗਨ ਜੀ ਕਿ ਜੋ ਕੁਝ ਦਿੱਲੀ ਦੇ ਵਿੱਚ ਵਾਪਰਿਆ, ਸੋ ਕਿਤੇ ਨਾ ਕਿਤੇ ਦਿੱਲੀ ਦੀ ਪੁਲਿਸ ਵੀ ਮੌਕਾ ਦੇਖ ਰਹੀ ਸੀ, ਕਿਉਂਕਿ ਸ਼ੁਰੂ 'ਚ ਵੀ ਕਿਸਾਨਾਂ ਨੇ ਲੰਮੇ ਸਮੇਂ ਤੋਂ ਜਦੋਂ ਅੰਦੋਲਨ ਕੀਤਾ, ਹਰਿਆਣੇ 'ਚ ਵੀ ਜਦੋਂ ਕਿਸਾਨ ਬੈਰੀਕੇਡ ਪਾਰ ਕਰਕੇ ਗਏ, ਉਸ ਵੇਲੇ ਹਰਿਆਣੇ 'ਚ ਵੀ ਕੇਸ ਦਰਜ ਕੀਤੇ ਗਏ ਸੀ। ਸੋ ਹਮੇਸ਼ਾ ਹੀ ਜਦੋਂ ਦਿੱਲੀ ਪੁਲਿਸ ਦੇ ਮੁਤਾਬਕ ਇੱਕ ਸਮਝੌਤਾ ਹੋ ਗਿਆ ਸੀ ਕਿਸਾਨਾਂ ਦੇ ਨਾਲ, ਇੱਕ ਪ੍ਰਿੰਸੀਪਲੀ ਇੱਕ ਐਗਰੀਮੈਂਟ ਹੋਇਆ ਸੀ ਕਿਸਾਨਾਂ ਦੇ ਨਾਲ, ਔਰ ਇਸ ਗੱਲ ਨੂੰ ਵੀ ਦਿੱਲੀ ਪੁਲਿਸ ਨੇ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿ ਤੈਅ ਸਮੇਂ ਤੋਂ ਪਹਿਲਾਂ ਹੀ ਕਿਸਾਨਾਂ ਨੇ ਜਿਹੜੀ ਗਣਤੰਤਰ ਦਿਹਾੜੇ ਦੀ ਪਰੇਡ ਹੈ ਉਹ ਸ਼ੁਰੂ ਕੀਤੀ। ਸੋ ਸਾਨੂੰ ਪਤਾ ਹੀ ਹੈ ਕਿ ਕੁਝ ਨੌਜਵਾਨ ਸਾਡੇ ਪੰਜਾਬ ਵਾਲੇ ਜਿਹੜੇ ਕਿ ਹੁਣ ਜਥੇਬੰਦੀਆਂ ਨੇ ਸਪਸ਼ਟ ਕਹਿਤਾ ਕਿ ਸਾਡਾ ਉਹਨਾਂ ਦੇ ਨਾਲ ਕੋਈ ਸਾਥ ਨਹੀਂ ਹੈ, ਉਹ ਲਾਲ ਕਿਲੇ ਵਾਲੇ ਪਾਸੇ ਚਲੇ ਗਏ। ਜੋ ਕੁਝ ਉਹਨਾਂ ਨੇ ਉੱਥੇ ਕੀਤਾ, ਔਰ ਜਦੋਂ ਤੈਅ ਰੂਟ ਤੋਂ ਵੱਖਰੇ ਕੁਝ ਲੋਕ ਨਿਕਲ ਗਏ ਤੇ ਫਿਰ ਨਿਸ਼ਚਿਤ ਤੌਰ ਦੇ ਉੱਤੇ ਪੁਲਿਸ ਦੀਆਂ ਰੋਕਾਂ ਲੱਗੀਆਂ ਸੀ। ਫਿਰ ਉੱਥੇ ਲਾਠੀ ਚਾਰਜ ਵੀ ਹੋਇਆ, ਆਪਸ 'ਚ ਟਕਰਾਅ ਵੀ ਹੋਇਆ, ਹਿੰਸਾ ਵੀ ਹੋਈ। ਫਿਰ ਨਿਸ਼ਚਿਤ ਸੀ ਗਗਨ ਕਿ ਕੇਸ ਤਾਂ ਦਰਜ ਹੋਣਗੇ। ਸੋ ਦਿੱਲੀ ਪੁਲਿਸ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੇਸ ਨੇ ਉਹ ਦਰਜ ਕੀਤੇ ਨੇ, ਔਰ ਜਿਹੜੇ ਆંકੜੇ ਆਏ ਨੇ, ਮੈਂ ਹੁਣੇ ਆંકੜੇ ਕੱਢ ਰਿਹਾ ਸੀ ਕਿ ਕੁੱਲ ਕਿੰਨੇ ਕੁ ਕੇਸ ਦਰਜ ਹੋਏ ਨੇ। ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਕੇਸ ਦਰਜ ਹੋਣ ਦੀ ਗਿਣਤੀ ਹੈ ਉਹ ਕਾਫੀ ਜ਼ਿਆਦਾ ਹੋ ਗਈ ਹੈ। 200 ਦੇ ਕਰੀਬ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, 90 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ। ਔਰ ਜਿਹੜੇ ਕੇਸ ਦਰਜ ਹੋਏ ਨੇ ਉਹਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੀਡਰ ਵੀ ਨੇ ਜਿਨ੍ਹਾਂ ਦੇ ਉੱਪਰ ਕੇਸ ਦਰਜ ਕੀਤੇ ਗਏ ਨੇ, ਔਰ ਅੰਦਾਜ਼ਨ 20-22 ਲੀਡਰ ਤਾਂ ਉਹ ਨੇ ਜਿਹੜੇ ਸਿੱਧੇ ਕਿਸਾਨ ਅੰਦੋਲਨ ਦਾ ਵੀ ਵੱਡਾ ਚਿਹਰਾ ਨੇ। ਸੋ ਉਹਨਾਂ ਦੇ ਵੀ ਜਿਹੜੇ ਨਾਮ ਨੇ ਇਹਦੇ ਵਿੱਚ ਦਰਜ ਕੀਤੇ ਗਏ ਨੇ। ਸੋ ਮੋٹے ਨਾਮ ਜਿਹੜੇ ਜਿਨ੍ਹਾਂ ਦੇ ਖਿਲਾਫ FIR ਦਰਜ ਹੋਈ ਹੈ, ਉਹਨਾਂ ਦੇ ਵਿੱਚੋਂ ਜਿਹੜੇ ਕਿਸਾਨ ਆਗੂ ਨੇ ਰਜਿੰਦਰ ਸਿੰਘ ਨੇ, ਬਲਬੀਰ ਸਿੰਘ ਰਾਜੇਵਾਲ ਦਾ ਨਾਮ ਹੈ, ਔਰ ਬਜ਼ੁਰਗ ਨੇ ਹਰਿਆਣੇ ਦੇ ਟਕੈਤ, ਉਹਨਾਂ ਦਾ ਨਾਮ ਹੈ, ਬੂਟਾ ਸਿੰਘ ਨੇ, ਜੋਗਿੰਦਰ ਸਿੰਘ ਨੇ, ਔਰ ਦਰਸ਼ਨਪਾਲ ਵੀ ਨੇ। ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਖਿਲਾਫ ਵੀ ਜਿਹੜੇ ਕੇਸ ਦਰਜ ਕੀਤੇ ਗਏ ਨੇ, ਔਰ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ। ਕਿਤੇ 307 ਦੀ ਧਾਰਾ ਵੀ ਲੱਗੀ ਹੈ, ਕਿਤੇ ਸਰਕਾਰੀ ਮੁਲਾਜ਼ਮ ਦੇ ਕੰਮ 'ਚ ਰੋੜਾ ਅਟਕਾਉਣ ਦੀ, ਔਰ ਕਿਤੇ ਕਿਉਂਕਿ ਪੁਲਿਸ ਕੋਲੇ ਹਥਿਆਰ ਹੁੰਦੇ ਆ, ਹਥਿਆਰ ਖੋਹਣ ਦੀਆਂ ਧਾਰਾਵਾਂ ਵੀ ਜਿਹੜੀਆਂ ਲਾਈਆਂ ਗਈਆਂ ਨੇ। ਸੋ ਇਸ ਤਰੀਕੇ ਦੀਆਂ ਧਾਰਾਵਾਂ ਦੇ ਵਿੱਚ ਜਿਹੜੇ ਨੇ ਵੱਖ-ਵੱਖ ਅਪਰਾਧਿਕ ਕੇਸ ਨੇ ਜਿਹੜੇ ਦਿੱਲੀ ਦੀ ਪੁਲਿਸ ਨੇ ਦਰਜ ਕੀਤੇ ਨੇ। ਔਰ ਜਦੋਂ ਵੀ ਕਿਸੇ ਅੰਦੋਲਨ ਦੇ ਵਿੱਚ ਪੁਲਿਸ ਨਾਲ ਕੋਈ ਭੇੜ ਹੁੰਦੀ ਹੈ ਗਗਨ, ਗਲਤੀ ਕਿਸੇ ਦੀ ਵੀ ਹੋਵੇ, ਤੇ ਫਿਰ ਕਿਸਾਨ ਆਗੂ ਨੇ ਜਿਹੜੇ, ਕਿਉਂਕਿ ਉਹ ਅੰਦੋਲਨ ਦੀ ਅਗਵਾਈ ਕਰ ਰਹੇ ਹੁੰਦੇ ਨੇ, ਸੋ ਉਹਨਾਂ ਦੇ ਉੱਪਰ ਫਿਰ ਅਜਿਹੇ ਮਾਮਲਿਆਂ ਦੇ ਵਿੱਚ ਕੇਸ ਦਰਜ ਕੀਤੇ ਜਾਂਦੇ ਨੇ। ਸੋ ਹੁਣ ਇਹ ਜਿਹੜਾ ਟਕਰਾਅ ਸੀ, ਕਿਉਂਕਿ ਇਹ ਹਿੰਸਕ ਹੋ ਗਿਆ, ਭਾਵੇਂ ਕੁਝ ਲੋਕ ਜਿਹੜੇ ਨੇ ਉਹ ਵੱਖਰੇ ਰਾਹ ਤੇ ਗਏ, ਉਹਨਾਂ ਨੇ ਹਿੰਸਾ ਕੀਤੀ, ਔਰ ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਕਿਹਾ ਕਿ ਸਾਡੀ ਜਿਹੜੀ ਟਰੈਕਟਰ ਪਰੇਡ ਸੀ ਗਣਤੰਤਰ ਦਿਹਾੜੇ ਦੀ, ਉਹ ਪੂਰੀ ਸ਼ਾਂਤੀਪੂਰਵਕ ਰਹੀ ਹੈ, ਔਰ ਉਹਦੇ 'ਚ ਲੱਖਾਂ ਟਰੈਕਟਰਾਂ ਨੇ ਹਿੱਸਾ ਲਿਆ। ਪਰ ਮੈਂ ਦੇਖਿਆ ਕਿ ਕੌਮੀ ਮੀਡੀਆ ਔਰ ਬਾਕੀ ਮੀਡੀਆ ਦਾ ਧਿਆਨ ਵੀ ਜਿਹੜੀ ਸ਼ਾਂਤੀਪੂਰਵਕ ਟਰੈਕਟਰ ਪਰੇਡ ਸੀ ਉਹਦੇ ਪਾਸੇ ਘਟਿਆ, ਤੇ ਹਿੰਸਾ ਦੀਆਂ ਘਟਨਾਵਾਂ ਔਰ ਖਾਸ ਤੌਰ ਤੇ ਲਾਲ ਕਿਲੇ ਵਾਲੇ ਪਾਸੇ ਵੱਧ ਗਿਆ। ਕੱਲ ਵੀ ਮੈਂ ਦੇਖ ਰਿਹਾ ਸੀ, ਅੱਜ ਸਵੇਰੇ ਵੀ ਮੈਂ ਸਾਰੇ ਮਾਹੌਲ ਨੂੰ ਦੇਖ ਰਿਹਾ ਸੀ। ਕਿਸਾਨ ਆਗੂਆਂ ਨੇ ਇੱਕ ਤਰੀਕੇ ਨਾਲ ਉਹਨਾਂ ਸਾਰੇ ਨੌਜਵਾਨਾਂ ਤੋਂ, ਜਿਹੜੇ ਵਿਵਾਦਿਤ ਨੌਜਵਾਨ ਸੀ, ਜਿਹੜੇ ਪੂਰੇ ਇਸ ਵਿਵਾਦ 'ਚ ਜਿਨ੍ਹਾਂ ਦੇ ਨਾਮ ਆ ਰਹੇ ਨੇ, ਦੀਪ ਸਿੱਧੂ ਹੈ ਮੁੰਡਾ ਜਿਹੜਾ ਸਾਬਕਾ ਐਕਟਰ ਸੀ, ਇਹਦਾ ਵੀ ਨਾਮ ਆ ਰਿਹਾ, ਸਨੀ ਦਿਓਲ ਨਾਲ ਇਹਦੀਆਂ ਫੋਟੋਆਂ ਮੈਂ ਦੇਖਿਆ ਬੜੀਆਂ ਵਾਇਰਲ ਹੋਈ ਜਾਂਦੀਆਂ ਨੇ। ਸੋ ਸਨੀ ਦਿਓਲ ਨਾਲ ਪਹਿਲਾਂ ਕੋਈ ਪੁਰਾਣੀ ਨੇੜਤਾ ਹੋਣੀ ਇਹਦੀ, ਕਹਿੰਦੇ
ਚੋਣਾਂ ਦੇ ਸਮੇਂ ਵੀ ਸਨੀ ਦਿਓਲ ਦੇ ਨਾਲ ਇਹ ਘਿਓ ਖਿਚੜੀ ਸੀ। ਬਿਲਕੁਲ ਹਾਂਜੀ, ਸਨੀ ਦਿਓਲ ਤਾਂ ਚਲੋ ਇਸ ਅੰਦੋਲਨ 'ਚ ਆਇਆ ਨਹੀਂ ਹੁਣ, ਪਰ ਉਹ ਕਹਿੰਦੇ ਸਨੀ ਦਿਓਲ ਨੇ ਵੀ ਹੁਣ ਸਾਥ ਛੱਡਤਾ ਇਹਦੇ। ਮੈਂ ਸੁਣ ਰਿਹਾ ਸੀ, ਕਹਿੰਦੇ ਟਵਿੱਟਰ ਤੇ ਕਿਤੇ ਲਿਖਿਆ ਸਨੀ ਦਿਓਲ ਨੇ ਵੀ ਮੇਰਾ ਇਹਦੇ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ। ਪਰ ਆ ਫੋਟੋਆਂ ਦੇਖੋ, ਪ੍ਰਧਾਨ ਮੰਤਰੀ ਸਾਹਿਬ ਨਾਲ ਵੀ ਇਹ ਖਿਚਾਈ ਫਿਰਦਾ, ਅਮਿਤ ਸ਼ਾਹ ਉਹਨਾਂ ਨਾਲ ਵੀ ਮੈਨੂੰ ਪਤਾ ਲੱਗਿਆ ਕਿ ਫੋਟੋ ਹੈ। ਹੋ ਸਕਦਾ ਸਨੀ ਦਿਓਲ ਦੇ ਨਾਲ ਹੀ ਗਿਆ ਹੁਣ। ਬਿਲਕੁਲ। ਸੋ ਸਨੀ ਦਿਓਲ ਜਦੋਂ ਚੋਣ ਪ੍ਰਚਾਰ ਹੋਇਆ, ਸਨੀ ਦਿਓਲ ਗੁਰਦਾਸਪੁਰ ਤੋਂ ਚੋਣ ਲੜਦਾ ਸੀ, ਸੋ ਉਦੋਂ ਇਹ ਨਾਲ ਸੀ ਸਨੀ ਦਿਓਲ ਦੇ। ਬਿਲਕੁਲ। ਪਰ ਇਹ ਦੇਖੋ ਹੁਣ ਕਿਸਾਨ ਮੋਰਚੇ ਵਾਲੇ ਨੇ ਤਾਂ ਮੁਰਦਾਬਾਦ ਦੇ, ਮੈਂ ਦੇਖਿਆ ਉੱਥੇ ਮੰਚ ਤੋਂ ਮੁਰਦਾਬਾਦ ਦੇ ਨਾਅਰੇ ਵੀ ਲਾਤੇ, ਕਿਉਂਕਿ ਇਹਦੇ ਤੇ ਇਲਜ਼ਾਮ ਜਿਹੜੇ ਨੇ ਉਹ ਬਹੁਤ ਵੱਡੇ ਲੱਗੇ ਨੇ। ਔਰ ਮੈਂ ਇੱਥੋਂ ਤੱਕ ਦੇਖਿਆ ਕਿ ਕਿਉਂਕਿ ਇਹ ਸਨੀ ਦਿਓਲ ਦੇ ਨਾਲ ਸੀ, ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਸਪਸ਼ਟ ਤੌਰ ਤੇ ਕਹਿ ਰਹੇ ਨੇ ਕਿ ਇਹਦਾ ਤਾਂ ਸੰਬੰਧ ਹੀ ਦੂਜੀ ਧਿਰ ਨਾਲ ਹੈ। ਬਿਲਕੁਲ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਇਹ ਜਾਂਚ ਦਾ ਵਿਸ਼ਾ, ਮੈਨੂੰ ਲੱਗਦਾ ਇਸ ਮੁੱਦੇ ਤੇ ਵੀ ਜਾਂਚ ਸਾਡੀ ਕਿਸੇ ਵੱਡੀ ਏਜੰਸੀ ਨੂੰ ਕਰਨੀ ਚਾਹੀਦੀ ਹੈ ਕਿ ਆਖਰ ਦੀਪ ਸਿੱਧੂ ਦਾ ਸੰਬੰਧ ਹੈ ਕਿਹਨਾਂ ਦੇ ਨਾਲ ਹੈ, ਤਾਂ ਕਿ ਇਹ ਗੱਲ ਤਾਂ ਸਾਫ਼ ਹੋਵੇ ਨਾ। ਸਨੀ ਦਿਓਲ ਜਾਂ ਕੋਈ ਹੋਰ ਲੀਡਰ ਨੇ ਕਿੰਨੇ ਕੁ ਸਮਾਂ ਉਹਨਾਂ ਦੇ ਨਾਲ ਰਿਹਾ, ਕਿਸ ਕਪੈਸਿਟੀ 'ਚ ਰਿਹਾ, ਕੀ ਕਿਸੇ ਪਾਰਟੀ ਨਾਲ ਵੀ ਜੁੜਿਆ ਹੋਇਆ ਹੈ। ਔਰ ਕੈਪਟਨ ਅਮਰਿੰਦਰ ਦਾ ਵੀ ਦੇਖੋ ਅੱਜ ਬਿਆਨ ਆਇਆ ਕਿ ਜਿਹੜੇ ਲੋਕਾਂ ਨੇ ਉੱਥੇ ਹਿੰਸਾ ਕੀਤੀ ਹੈ, ਸੋ ਉਹਨਾਂ ਦੀ ਮੁਕੰਮਲ ਜਾਂਚ ਹੈ ਜਿਹੜੀ ਹੋਣੀ ਚਾਹੀਦੀ ਹੈ। ਉਹਨਾਂ ਦੀ ਜਾਂਚ ਹੋ ਕੇ, ਤਾਂ ਕਿ ਦੁੱਧ ਤੇ ਪਾਣੀ ਦਾ ਪਾਣੀ ਤਾਂ ਹੋਵੇ ਨਾ, ਵੀ ਕੌਣ ਸੀ ਜਿਨ੍ਹਾਂ ਨੇ ਇਹ ਹਿੰਸਾ ਕੀਤੀ ਹੈ। ਕੈਪਟਨ ਅਮਰਿੰਦਰ ਨੇ ਸਖਤ ਨਿੰਦਾ ਕੀਤੀ ਹੈ ਔਰ ਕਿਸਾਨਾਂ ਨੂੰ ਵੀ ਕਿਹਾ ਉਹਨੇ ਕਿ ਤੁਹਾਡਾ ਸ਼ਾਂਤੀਪੂਰਵਕ ਅੰਦੋਲਨ ਹੈ। ਕੈਪਟਨ ਅਮਰਿੰਦਰ ਕਹਿੰਦੇ ਮੈਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜਾ, ਜਿਹੜੇ ਸ਼ਾਂਤੀਪੂਰਵਕ ਸੰਯੁਕਤ ਮੋਰਚੇ ਦੇ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਦੇ ਮੈਂ ਨਾਲ ਖੜਾ। ਸੋ ਉਹਨਾਂ ਨੂੰ ਸਮਰਥਨ ਕੈਪਟਨ ਅਮਰਿੰਦਰ ਦਾ ਉਸੇ ਤਰ੍ਹਾਂ ਜਾਰੀ ਹੈ। ਔਰ ਇੱਕ ਅੱਧੀ ਜਥੇਬੰਦੀ ਹੈ ਜਿਹਨੇ ਕਿਹਾ ਕਿ ਅਸੀਂ ਹੁਣ ਕਿਸਾਨਾਂ ਦੇ ਨਾਲ ਨਹੀਂ। ਕੁੱਲ ਮਿਲਾ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਉਸੇ ਤਰ੍ਹਾਂ ਸਰਗਰਮ ਨੇ। ਔਰ ਮੰਚ ਤੋਂ ਬਾਰ-ਬਾਰ ਗਗਨ ਇਹ ਕਿਹਾ ਜਾ ਰਿਹਾ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿ ਉਹਨਾਂ ਨੌਜਵਾਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਔਰ ਉਹਨਾਂ ਤੇ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ। ਹੁਣ ਵੇਖਦੇ ਹਾਂ ਕਿ ਕਿਸਾਨਾਂ ਦੇ ਤਾਂ ਦੇਖੋ ਪਰਚੇ ਪੁਰਚੇ ਦੇਤੇ, ਹੁਣ ਇਹ ਨਹੀਂ ਪਤਾ ਕਿ ਦੀਪ ਸਿੱਧੂ ਤੇ ਵੀ ਕੋਈ ਕੇਸ ਕੁਛ ਦਰਜ ਕੀਤਾ। ਬਿਲਕੁਲ ਕੀਤਾ ਜੀ, ਬਿਲਕੁਲ ਨਾਮਜ਼ਦ ਹੈ। ਹਾਂ, ਕੋਈ ਉਹ ਵੀ ਨਾਮਜ਼ਦ ਹੈ। ਸੋ ਹੁਣ ਇਹਨਾਂ ਦੀ ਗ੍ਰਿਫਤਾਰੀ ਵਗੈਰਾ ਦਾ ਦੇਖਦੇ ਹਾਂ ਦਿੱਲੀ ਦੀ ਪੁਲਿਸ ਕਿਵੇਂ ਕਰਦੀ ਹੈ। ਬਾਕੀ ਕਿਸਾਨ ਲੀਡਰ ਨੇ ਜਿਹੜੇ ਉਹ ਕਹਿੰਦੇ ਸਾਡਾ ਸੰਘਰਸ਼ ਉਸੇ ਤਰ੍ਹਾਂ ਸ਼ਾਂਤੀਪੂਰਵਕ ਜਾਰੀ ਰਹੂਗਾ। ਔਰ ਦੁਨੀਆ ਭਰ ਤੋਂ UN ਦੇ ਜਨਰਲ ਸਕੱਤਰ ਨੇ ਵੀ ਕਿਹਾ ਕਿ ਅਸੀਂ ਵਕਾਲਤ ਕਰਾਂਗੇ ਸ਼ਾਂਤਮਈ ਪ੍ਰੋਟੈਸਟ ਦੀ ਜੀ। ਸੋ ਇਹ ਬਹੁਤ ਵੱਡਾ ਕਿਸਾਨ ਅੰਦੋਲਨ ਸੀ ਪੰਜਾਬ ਦੇ ਕਿਸਾਨਾਂ ਦਾ, ਹਰਿਆਣਾ ਦੇ ਕਿਸਾਨਾਂ ਦਾ, ਦੇਸ਼ ਦੇ ਕਿਸਾਨਾਂ ਦਾ, ਔਰ ਦੁਨੀਆ ਭਰ ਦੇ ਵਿੱਚ ਸਰਾਹਿਆ ਜਾ ਰਿਹਾ ਸੀ। ਪਰ ਕੁਝ ਕੁ ਨੌਜਵਾਨਾਂ ਦੀ ਜਿਹੜੇ ਮੈਂ ਕਹੂੰਗਾ ਬਾਹਲੇ ਤੱਤੇ ਨੌਜਵਾਨਾਂ ਦੀ ਜਿਹੜੀ ਇਹ ਕਾਹਲਪਣਾ ਸੀ, ਉਹਦੇ ਕਰਕੇ ਪੂਰੇ ਕਿਸਾਨ ਅੰਦੋਲਨ ਤੇ ਜਿਹੜੇ ਸਵਾਲ ਖੜੇ ਹੋਏ ਸੀ। ਹੌਲੀ ਹੌਲੀ ਦੇਖੋ ਸਪਸ਼ਟਤਾ ਹਰ ਚੀਜ਼ ਦੀ ਆਉਂਦੀ ਹੈ। ਗੱਲ ਫਿਰ ਸਪਸ਼ਟ ਹੋਣ ਲੱਗ ਗਈ ਕਿ ਸਾਰੇ ਕਿਸਾਨ ਧੜੇ ਨੇ ਜਿਹੜੇ ਮੁੱਖ ਰੂਪ ਦੇ ਵਿੱਚ ਉਹ ਉਵੇਂ ਹੀ ਸ਼ਾਂਤੀਪੂਰਵਕ ਆਪਣੇ ਅੰਦੋਲਨ 'ਚ ਨੇ। ਸੋ ਕੁਝ ਕੁ ਲੋਕ ਸੀ ਜਿਨ੍ਹਾਂ ਨੇ ਇੱਕ ਵੱਖਰਾ ਰਾਹ ਚੁਣਿਆ, ਸੋ ਉਹਨਾਂ ਨੂੰ ਲਾਲ ਕਿਲੇ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਸੀ। ਜੀ ਦੇਖੋ ਕਿਸਾਨ ਮੋਰਚੇ ਵਾਲੇ ਕਿਸਾਨਾਂ ਨੇ ਸਪਸ਼ਟ ਕਹਿਤਾ ਵੀ ਜੇ ਉਹਨਾਂ ਦਾ ਕੋਈ ਧਾਰਮਿਕ ਏਜੰਡਾ ਸੀ, ਜੇ ਉਹਨਾਂ ਦਾ ਕੋਈ ਅਜਿਹੀ ਯੋਜਨਾ ਸੀ ਕਿ ਅਸੀਂ ਝੰਡਾ ਲਹਿਰਾਉਣਾ ਹੈ, ਤੇ ਉਹ ਕਿਸਾਨਾਂ ਦੇ ਨਾਲ ਰਹਿ ਕੇ ਨਹੀਂ ਉਹ ਅਜਿਹਾ ਉਹਨਾਂ ਨੂੰ ਕਰਨਾ ਚਾਹੀਦਾ ਸੀ। ਬਿਲਕੁਲ। ਔਰ ਦੇਖੋ ਲਾਲ ਕਿਲਾ ਸਾਡੇ ਮੁਲਕ ਦੀ ਵਿਰਾਸਤ ਹੈ, ਉੱਥੇ ਲੱਗਦਾ ਹੀ ਤਿਰੰਗਾ ਝੰਡਾ ਹੈ। ਜਦੋਂ ਉੱਥੇ ਲੱਗਦਾ ਹੀ ਤਿਰੰਗਾ ਝੰਡਾ ਹੈ ਤੇ ਕੋਈ ਵੀ ਜਿਹੜਾ ਹੋਰ ਝੰਡਾ ਹੈ, ਸਾਰੇ ਝੰਡਿਆਂ ਦਾ ਸਤਿਕਾਰ ਹੈ, ਬਿਲਕੁਲ, ਪਰ ਕੋਈ ਵੀ ਹੋਰ ਝੰਡਾ ਜਦ ਉੱਥੇ ਕਾਨੂੰਨੀ ਤੌਰ ਤੇ ਸੰਵਿਧਾਨਿਕ ਤੌਰ ਤੇ ਲੱਗਣਾ ਹੀ ਦੇਸ਼ ਦਾ ਤਿਰੰਗਾ ਝੰਡਾ, ਤੇ ਫਿਰ ਹੋਰ ਕੋਈ ਝੰਡਾ ਲਾਉਣਾ ਹੀ ਨਹੀਂ ਸੀ ਚਾਹੀਦਾ ਉੱਥੇ। ਬਿਲਕੁਲ। ਸੋ ਇਹ ਤਾਂ ਗੱਲ ਬੜੀ ਸਪਸ਼ਟ ਹੈ। ਸੋ ਨਹੀਂ ਲਾਉਣਾ ਚਾਹੀਦਾ ਸੀ ਝੰਡਾ। ਇਸੇ ਕਰਕੇ ਐਡਾ ਜ਼ਿਆਦਾ ਮੈਂ ਦੇਖ ਰਿਹਾ ਸੀ ਕੌਮੀ ਚੈਨਲ ਵੀ ਆ ਫੋਟੋ ਲਾ ਕੇ ਮੁੰਡੇ ਦੀ ਹੈ ਜੀ, ਆ ਪੂਰਾ ਇਹਨੂੰ ਦਿਖਾ ਰਹੇ ਨੇ ਜੀ। ਮੈਂ ਵੀਡੀਓ ਵੀ ਇਹਦੀ ਦੇਖੀ ਵਾਇਰਲ ਤੇ, ਆ ਚਿੱਟੇ ਰੰਗ ਦੀ ਪੱਗ ਬੰਨੀ ਹੋਈ ਸੀ, ਵੀਡੀਓ 'ਚ ਇਹੀ ਸੀ ਨਾ। ਬਿਲਕੁਲ। ਚਿੱਟੇ ਰੰਗ ਦੀ ਦਸਤਾਰ ਸਜਾਈ ਸੀ ਤੇ ਮੋਟਰਸਾਈਕਲ ਬੜੀ ਤੇਜ਼ੀ ਨਾਲ ਖਿੱਚੀ ਤੁਰੀ ਜਾਂਦਾ ਸੀ। ਆ ਪਿੱਛੇ ਮੁੰਡੇ ਕਾਰ 'ਚ ਬਣਾਈ ਜਾਂਦੇ ਸੀਗੇ, ਉਹ ਇਹਦੀ ਕਲਿੱਪ ਬਣਾ ਰਹੇ ਸੀ ਇਹਦਾ ਜੀ। ਸੋ ਕਈ ਤਰ੍ਹਾਂ ਦੇ ਇਹਦੇ ਕਲਿੱਪ ਨੇ ਜਿਹੜੇ ਹੁਣ ਮੁੰਡੇ ਦੇ ਆ ਗਏ। ਮਸ਼ਹੂਰ ਤਾਂ ਹੋ ਗਿਆ, ਪਰ ਕਾਰਾ ਇਹੋ ਜਿਹਾ ਨਹੀਂ ਸੀ ਕਰਨਾ ਚਾਹੀਦਾ। ਪਰ ਹੁਣ ਇਹ ਦਿੱਲੀ ਪੁਲਿਸ ਜਾਂਚ ਕਰੂ ਵੀ ਇਹਦਾ ਕਿੰਨਾ ਕੁ ਯੋਗਦਾਨ ਸੀ, ਜਿਹੜਾ ਉੱਥੇ ਲਾਲ ਕਿਲੇ 'ਚ ਜੋ ਕੁਝ ਵਾਪਰਿਆ ਇਹਦਾ ਕਿੰਨਾ ਕੁ ਯੋਗਦਾਨ ਸੀ ਆ ਦੀਪ ਸਿੱਧੂ ਦਾ। ਇਹ ਦਿੱਲੀ ਪੁਲਿਸ ਹੁਣ ਜਾਂਚ ਕਰੂਗੀ। ਬਿਲਕੁਲ। ਦੂਜੇ ਮੁੰਡਿਆਂ ਦਾ ਵੀ ਕਿੰਨਾ ਕੁ ਯੋਗਦਾਨ ਸੀ ਉਹ ਵੀ ਜਾਂਚ ਕਰੂਗੀ, ਔਰ ਇਹ ਜਾਂਚ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ, ਤਾਂ ਕਿ ਬਾਕੀ ਜਿਹੜੇ ਮੁੰਡੇ ਨੇ ਉਹਨਾਂ ਨੂੰ ਸਬਕ ਰਵੇ ਕਿ ਸ਼ਾਂਤੀਪੂਰਵਕ ਜਿਹੜਾ ਕਿਸਾਨ ਅੰਦੋਲਨ ਹੈ ਉਹ ਚੱਲਣਾ ਚਾਹੀਦਾ ਹੈ। ਔਰ ਦੇਖੋ ਕਿੱਡੀ ਵੱਡੀ ਗਿਣਤੀ 'ਚ ਲੱਖਾਂ ਲੋਕ ਗਏ ਸੀ, ਲੱਖਾਂ ਲੋਕ ਸਾਰੇ ਸ਼ਾਂਤੀਪੂਰਵਕ ਗਏ, ਸ਼ਾਂਤੀਪੂਰਵਕ ਮੁੜੇ। ਇਹ ਮੁੰਡੇ ਥੋੜੇ ਜਿਹੇ ਇਲਤੀ ਸੀ ਜਿਨ੍ਹਾਂ ਕਰਕੇ ਥੋੜਾ ਜਿਹਾ ਨਹੀਂ ਕਾਫੀ ਜ਼ਿਆਦਾ ਬਦਨਾਮੀ ਕਿਸਾਨ ਅੰਦੋਲਨ ਨੂੰ ਚੱਲਣੀ ਪਈ ਹੈ। ਪਰ ਹੌਲੀ ਹੌਲੀ ਦੇਖੋ ਸਪਸ਼ਟਤਾ ਆ ਰਹੀ ਹੈ ਕਿਸਾਨ ਅੰਦੋਲਨ ਦੀ।
ਬਿਲਕੁਲ। ਸੋ ਕਿਸਾਨੀ ਅੰਦੋਲਨ ਉਸੇ ਤਰ੍ਹਾਂ ਬਦਸਤੂਰ ਜਾਰੀ ਹੈ ਲਗਾਤਾਰ। ਜਿਸ ਤਰ੍ਹਾਂ ਕਿਸਾਨ ਆਗੂਆਂ ਤੇ ਜੋ ਕਿਸਾਨ ਉੱਥੇ ਡਟੇ ਹੋਏ ਨੇ, ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀਆਂ। ਉਹਨਾਂ ਦਾ ਕਹਿਣਾ ਹੈ ਕਿ ਸਿਰਫ ਅਜਿਹੇ ਮੀਡੀਆ ਤੋਂ ਦੂਰ ਰਹੋ ਜੋ ਮੀਡੀਆ ਲਗਾਤਾਰ ਕਿਸਾਨੀ ਅੰਦੋਲਨ ਨੂੰ ਭੰਡਣ ਦੇ ਵਿੱਚ ਹੈ। ਜੇਕਰ ਤੁਸੀਂ ਕਿਸਾਨੀ ਅੰਦੋਲਨ ਦੀ ਅਸਲੀਅਤ ਵੇਖਣੀ ਆ ਤਾਂ ਤੁਹਾਨੂੰ ਲਗਾਤਾਰ ਕਿਸਾਨਾਂ ਦੇ ਜਿਹੜੇ ਆਪਣੇ IT ਸੈੱਲ ਬਣਾਏ ਨੇ ਉਹ ਦਿਖਾ ਰਹੇ ਨੇ ਕਿ ਉੱਥੇ ਬਿਲਕੁਲ ਸ਼ਾਂਤੀ ਹੈ ਤੇ ਕਿਸਾਨ ਉਸੇ ਤਰ੍ਹਾਂ ਜਿਸ ਤਰ੍ਹਾਂ ਪਿਛਲੇ 62-63 ਦਿਨਾਂ ਤੋਂ ਬੈਠੇ ਨੇ ਉਸੇ ਤਰ੍ਹਾਂ ਹੁਣ ਸ਼ਾਂਤੀਪੂਰਵਕ ਬੈਠੇ। ਰਵਨੀਤ ਬਿੱਟੂ ਦਾ ਵੀ ਦੇਖੋ ਬਿਆਨ ਹੈ ਜੀ। ਰਵਨੀਤ ਬਿੱਟੂ ਵੀ ਕਹਿੰਦਾ ਕੋਈ ਤਿੰਨ ਨੇ, ਇਹ 3-4 ਨਾਂ ਲਏ ਰਵਨੀਤ ਬਿੱਟੂ ਨੇ ਜੀ। ਕਹਿੰਦਾ ਪੰਜਾਬ ਵਾਲਿਆਂ ਨੇ, ਕਹਿੰਦਾ ਇਹ 3 ਲੋਕ ਹੀ ਨੇ ਜਿਨ੍ਹਾਂ ਨੂੰ ਹਜੇ ਪਛਾਣਿਆ। ਸੋ ਬਿੱਟੂ ਕਹਿੰਦਾ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਸੋ ਕਹਿੰਦੇ ਇਹ ਵੀ ਪਤਾ ਕਰੋ ਵੀ ਇਹਨਾਂ ਨੂੰ ਕੋਈ ਫੰਡਿੰਗ ਤਾਂ ਨਹੀਂ ਕਰ ਰਿਹਾ। ਬਿਲਕੁਲ ਵੀ ਇਹ ਜਿਹੜੇ ਇਲਤੀ ਮੁੰਡੇ ਸੀ ਇਹਨਾਂ ਨੂੰ ਕੋਈ ਬਾਹਰੋਂ ਫੰਡ ਤਾਂ ਨਹੀਂ ਭੇਜ ਰਿਹਾ, ਇਸ ਕੰਮ ਲਈ ਕਿਸੇ ਨੇ ਭੇਜਿਆ, ਇਹ ਪਤਾ ਕੀਤਾ ਜਾਣਾ ਚਾਹੀਦਾ। ਇਸ ਦੇ ਉੱਤੇ ਡੱਲਾ ਜੀ ਵਿਕਰਮ ਮਜੀਠੀਆ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ। ਉਹ ਕਹਿੰਦੇ ਕਿ ਵਿਕਰਮ ਮਜੀਠੀਆ ਨੇ ਜੀ, ਉਹ ਕਹਿੰਦੇ ਕਿ ਇੰਟਰਨੈਸ਼ਨਲ ਏਜੰਸੀਆਂ ਤੋਂ ਜਿਹੜੀ ਜਾਂਚ ਇਸ ਘਟਨਾ ਦੀ ਹੋਣੀ ਚਾਹੀਦੀ ਹੈ। ਇੰਟਰਨੈਸ਼ਨਲ ਕਿਉਂ, ਭਾਰਤ ਦੀਆਂ ਏਜੰਸੀਆਂ ਤੋਂ ਹੋਣੀ ਚਾਹੀਦੀ ਜਾਂਚ। ਭਾਰਤ ਦੀਆਂ ਏਜੰਸੀਆਂ ਬੜੀਆਂ ਮਜ਼ਬੂਤ ਨੇ। ਵਿਕਰਮ ਮਜੀਠੀਆ ਨੇ ਇੰਟਰਨੈਸ਼ਨਲ ਏਜੰਸੀਆਂ ਜੀ ਬਿਲਕੁਲ ਨਹੀਂ, ਭਾਰਤ ਦੀਆਂ ਏਜੰਸੀਆਂ ਤੋਂ ਹੋਣੀ ਚਾਹੀਦੀ ਹੈ। ਬਾਕੀ ਠੀਕ ਹੈ, ਵਿਧਾਇਕ ਹੈ ਵਿਕਰਮ ਮਜੀਠੀਆ, ਉਹਦੀ ਗੱਲ ਵੀ ਸੁਣਾ ਦਿਓ। ਉਹ ਕਿਸਾਨ ਜਿਹੜਾ ਸਾਡੀ ਟੇਬਲ ਤੇ ਰੋਟੀ ਰੱਖਦਾ ਹੈ, ਉਹਦੀ ਚਿੰਤਾ ਜਦ ਉਹਨੂੰ ਖਾਲਿਸਤਾਨੀ ਕਿਹਾ ਗਿਆ, ਉਹਨੂੰ ਵਿਚੋਲੀਆ ਕਿਹਾ ਗਿਆ, ਉਹਨੂੰ ਨਕਸਲ ਕਿਹਾ ਗਿਆ, ਉਹਨੂੰ ਹਰ ਤਰੀਕੇ ਦੇ ਨਾਂ ਉਹਦੇ ਵਾਸਤੇ ਵਰਤੇ, ਮਗਰ ਦੇਸ਼ ਦੇ ਲੋਕ ਉਹਦੇ ਮਗਰ ਖਲੋਤੇ ਰਹੇ। ਔਰ ਇਹੀ ਕਾਰਨ ਹੋਇਆ ਕਿ ਚਾਹੇ ਉਹ ਮੀਡੀਆ ਸੀ, ਚਾਹੇ ਉਹ ਇੰਟਰਨੈਸ਼ਨਲ ਫੋਰਮ ਤੇ ਪ੍ਰਾਈਮ ਮਿਨਿਸਟਰ ਸਨ, ਰਾਸ਼ਟਰਪਤੀ ਸਨ, ਮੈਂਬਰ ਪਾਰਲੀਮੈਂਟ ਸਨ, ਵਰਲਡ ਓਵਰ ਇਹ ਜੀ ਸਪੋਰਟ, ਇਹ ਜੀ ਮੂਵਮੈਂਟ ਸਾਨੂੰ ਕਦੇ ਵੇਖਣ ਨੂੰ ਨਹੀਂ ਮਿਲੀ। ਔਰ ਸ਼੍ਰੋਮਣੀ ਅਕਾਲੀ ਦਲ ਹਰ ਪੀਸਫੁਲ ਪ੍ਰੋਟੈਸਟ ਦਾ ਸ਼ਾਂਤਮਈ ਤਰੀਕੇ ਨਾਲ, ਕੋਈ ਪ੍ਰੋਟੈਸਟ ਡੈਮੋਕ੍ਰੇਸੀ 'ਚ ਸਾਡਾ ਹੱਕ ਵੀ ਆ, ਹੋਣਾ ਵੀ ਚਾਹੀਦਾ, ਔਰ ਸਰਕਾਰਾਂ ਨੂੰ ਉਹਨਾਂ ਪ੍ਰੋਟੈਸਟਾਂ ਵੱਲ ਦੇਖਣਾ ਵੀ ਚਾਹੀਦਾ, ਇਹਦੇ ਹੱਕ 'ਚ। ਮਗਰ ਕੱਲ ਜੋ ਗੱਲ ਹੋਈ ਆ, ਦੇਖੋ ਉਹਦੇ ਲਈ ਜਿਹੜੇ 3-4 ਲੋਕ ਜ਼ਿੰਮੇਵਾਰ ਆ, ਉਹਨਾਂ ਦਾ ਪਰਦਾਫਾਸ਼ TV ਚੈਨਲਾਂ 'ਚ, ਸੋਸ਼ਲ ਮੀਡੀਆ 'ਚ ਹੋ ਹੀ ਰਿਹਾ, ਜਿਨ੍ਹਾਂ ਦਾ ਗੇਮ ਸਿਰਫ ਇੱਕ ਸੀ ਕਿ ਉਹ ਆਪ ਤਾਂ ਕਿਸਾਨ ਵੀ ਨਹੀਂ ਉਹਨਾਂ 'ਚੋਂ ਕਈ, ਕੋਈ ਕੁਛ ਕਰਦਾ, ਕੋਈ ਪੁੱਠੇ ਸਿੱਧੇ ਕੰਮ ਕੁਛ ਕਰਦਾ ਰਿਹਾ, ਕੋਈ ਕੁਛ ਕਰਦਾ ਰਿਹਾ, ਕੋਈ ਆਪਦੇ ਹਾਲੇ ਵੀ ਸ਼ਾਇਦ ਐਕਟਿੰਗ ਦੀ ਸਟੇਜ ਹੀ ਸਮਝੀ ਜਾਂਦੇ ਆ। ਮਗਰ ਉਹਨਾਂ ਨੇ ਜੋ ਨੁਕਸਾਨ ਕੀਤਾ ਅਸਲ ਖੇਤ ਮਜ਼ਦੂਰ ਦਾ ਤੇ ਕਿਸਾਨ ਦਾ, ਮੈਂ ਸਮਝਦਾ ਦੁਨੀਆ ਕਦੇ ਉਹਨਾਂ ਨੂੰ ਮਾਫ ਨਹੀਂ ਕਰੂਗੀ। ਸੋ ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪ੍ਰਤੀਕਰਮ ਨੇ ਜੋ ਕੁਝ ਲਾਲ ਕਿਲੇ ਦੇ ਵਿੱਚ ਹੋਇਆ ਉਸ ਤੋਂ ਬਾਅਦ। ਹਾਲਾਂਕਿ ਕਿਸਾਨਾਂ ਦੇ ਵਿਰੋਧ ਦੇ ਵਿੱਚ ਕੋਈ ਵੀ ਸਿਆਸੀ ਧਿਰ ਨਹੀਂ ਹੈ, ਇੱਕ ਧਿਰ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਉਸ ਸ਼ਾਂਤਮਈ ਅੰਦੋਲਨ ਦੇ ਨਾਲ ਹਜੇ ਤੱਕ ਖੜੀਆਂ ਹੋਈਆਂ ਨੇ। ਉਹਨਾਂ ਦਾ ਕਹਿਣਾ ਕਿ ਕਿਸਾਨ ਸ਼ਾਂਤਮਈ ਸੀ, ਕੁਝ ਲੋਕਾਂ ਨੇ ਬੁਖਲਾਹਟ ਦੇ ਵਿੱਚ ਆ ਕੇ ਉੱਥੇ ਅਜਿਹਾ ਕਾਰਾ ਕੀਤਾ, ਇਸ ਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਸੀ, ਕਿਸਾਨ ਅੱਜ ਵੀ ਸ਼ਾਂਤਮਈ ਨੇ। ਸੋ ਇਸ ਨੂੰ ਲੈ ਕੇ ਸੁਖਪਾਲ ਖਹਿਰਾ ਹੁਣ ਪੰਜਾਬ ਦੀ ਸਿਆਸਤ ਦੇ ਵਿੱਚੋਂ ਉਹਨਾਂ ਨੇ ਵੀਡੀਓ ਬਿਆਨ ਦੇ ਜ਼ਰੀਏ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦਾ ਸਮਰਥਨ ਕੀਤਾ ਹੈ ਤੇ ਕਿਸਾਨਾਂ ਨੂੰ ਕਿਹਾ ਹੈ ਕਿ ਅੰਦੋਲਨ ਬਦਸਤੂਰ ਜਾਰੀ ਰੱਖੋ। ਤੇ ਉਸ ਦੇ ਨਾਲ ਹੀ ਰਾਘਵ ਚੱਡਾ ਨੇ ਜੋ ਕਿ ਦਿੱਲੀ ਤੋਂ ਵਿਧਾਇਕ ਵੀ ਨੇ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਸਹਿ ਪ੍ਰਭਾਰੀ ਲਾਏ ਗਏ ਨੇ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਫੋਟੋਆਂ ਵਿਖਾ ਕੇ ਡੱਲਾ ਸਾਹਿਬ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਦਿਖਾ ਦਿਓ। ਮੈਂ ਕਹਿੰਦਾ ਸੁਖਪਾਲ ਖਹਿਰੇ ਦੀ ਵੀ ਤੁਸੀਂ ਗੱਲ ਕਰ ਰਹੇ ਸੀ, ਸਾਰਿਆਂ ਦੀ ਗੱਲ ਇੱਕ ਵਾਰੀ ਸੁਣਾ ਦਿਓ। ਪੰਜਾਬ ਦੇ ਔਰ ਰਾਘਵ ਚੱਡਾ ਵਰਗੇ ਜਿਹੜੇ ਲੀਡਰ ਨੇ ਆਮ ਆਦਮੀ ਪਾर्टी ਦੇ, ਉਹਨਾਂ ਦਾ ਸਟੈਂਡ ਕੀ ਹੈ, ਥੋੜੀ स्पष्टता जी। हमने कड़े शब्दों में कल जो हुआ उसकी निंदा करी और हमने आम आदमी पार्टी ने, अरविंद केजरीवाल जी की पार्टी ने ये कहा कि जो हुआ उसकी हम निंदा भी करते हैं और इसके लिए भारतीय जनता पार्टी की केंद्र में बैठी नरेंद्र मोदी की सरकार जिम्मेदार है, क्योंकि उन्होंने स्थिति को इतना खराब होने दिया। किसान की बिल्कुल जायज मांगे नहीं मानी और कानून व्यवस्था यानी कि लॉ एंड ऑर्डर और दिल्ली पुलिस जो इनके अधीन आती है, इन लोगों ने उसे भी ठीक से नहीं संभाला। और आप क्यों किसानों की बात ना मान के इस आंदोलन को बदनाम करने के लिए काम कर रहे हो? ਇੰਨਾ ਘਬਰਾਹਟ ਵਿੱਚ ਆਉਣਾ, ਇੰਨਾ ਹੀ ਡਿਫੈਂਸਿਵ ਹੋ ਜਾਣਾ, ਇੰਨਾ ਕੰਡੈਮਨੇਸ਼ਨ ਕਰਨੀ, ਮੇਰਾ ਨਹੀਂ ਖਿਆਲ ਇਸ ਦੀ ਲੋੜ ਹੈਗੀ ਆ। ਆਪਾਂ ਕਿਸਾਨ ਜਿਹੜੇ ਜਥੇਬੰਦੀਆਂ ਦੇ ਸਾਡੇ ਸਤਿਕਾਰਯੋਗ ਆਗੂ ਨੇ, ਉਹਨਾਂ ਨੇ ਹਮੇਸ਼ਾ ਸੰਜਮ ਵਿੱਚ ਰਹਿ ਕੇ ਗੱਲ ਕੀਤੀ ਆ। ਮੈਂ ਉਹਨਾਂ ਨੂੰ ਫਿਰ ਅਪੀਲ ਕਰੂੰਗਾ ਕਿ ਤੁਸੀਂ ਦੁਬਾਰਾ ਇੱਕ ਵਾਰ ਅਪੀਲ ਕਰੋ ਤੇ 1 ਤਰੀਕ ਨੂੰ ਆਪਾਂ ਸਭ ਨੇ ਉੱਥੇ ਫਿਰ ਪਹੁੰਚਣਾ, ਮੋਰਚੇ ਵਿੱਚ ਡਟੇ ਰਹਿਣਾ ਵਾ। ਔਰ ਜਿਹੜੇ ਸਾਡੇ ਨੌਜਵਾਨ ਆਗੂ ਨੇ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਥੋੜਾ ਜਿਹਾ ਤੁਸੀਂ ਵੀ ਪੇਸ਼ੈਂਸ ਰੱਖੋ, ਕਿਉਂਕਿ ਜਦੋਂ ਆਪਾਂ ਬਹੁਤ ਗਰਮ ਗੱਲਾਂ ਕਹਿੰਦੇ ਆ ਸਟੇਜ ਤੋਂ, ਉਦੋਂ ਕੁਦਰਤੀ ਤੌਰ ਤੇ ਲੋਕਾਂ ਦੇ ਜਜ਼ਬਾਤ ਜਿਹੜੇ ਨੇ ਉਹ ਭੜਕਦੇ ਨੇ ਔਰ ਉਹਨਾਂ ਵਿੱਚ ਜੋਸ਼ ਆਉਂਦਾ ਵਾ। ਪਰ ਜੋ ਹੋ ਗਿਆ ਉਸ ਨੂੰ ਪਿੱਛੇ ਛੱਡ ਦਿਓ
ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਨੂੰ ਹੋਰ ਮਜ਼ਬੂਤੀ ਦੇ ਨਾਲ ਇਸ ਦੀ ਜਿੱਤ ਦੀ ਅਰਦਾਸ ਕਰਦੇ ਹੋਏ ਆਪਾਂ ਸਭ ਨੇ ਅੱਗੇ ਵਧਣਾ ਵਾ। ਤੇ ਮੈਂ ਫਿਰ ਅੱਜ ਤੋਂ ਬਾਅਦ ਸਰਕਾਰ ਇਸ ਗੱਲ ਨੂੰ ਰਿਵਿਊ ਵੀ ਕਰੇਗੀ ਤੇ ਅਸੀਂ ਵੀ ਇੱਕ ਨਵੇਂ ਉਹਦੇ ਨਾਲ ਮੈਂ ਸਮਝਦਾ ਤਾਕਤ ਨਾਲ, ਕਿਉਂਕਿ ਉਦੋਂ ਜਦੋਂ ਅਸੀਂ ਪਾਰਲੀਮੈਂਟ 'ਚ ਬੋਲਦੇ ਸੀ ਉਹ ਸਮਝਦੇ ਸੀ ਇਹ ਆਪੋਜੀਸ਼ਨ ਵਾਲੇ ਬੋਲਦੇ ਆ। ਅੱਜ ਜਦੋਂ ਅਸੀਂ ਪਾਰਲੀਮੈਂਟ 'ਚ ਗੱਲ ਕਰਾਂਗੇ ਜਾ ਕੇ ਦੁਬਾਰਾ, ਤੇ ਅੱਜ ਕਿਸਾਨ ਲੱਖਾਂ ਕਰੋੜਾਂ ਕਿਸਾਨਾਂ ਦੀ ਜਿਹੜੀ ਬੋਲੀ ਹੋਏਗੀ ਉਹ ਅਸੀਂ ਬੋਲਾਂਗੇ। ਤੇ ਸਰਕਾਰ ਬਹੁਤ ਪ੍ਰੈਸ਼ਰ 'ਚ ਆ ਪਹਿਲਾਂ ਹੀ, ਤੇ ਜਦੋਂ ਹੁਣ ਪਾਰਲੀਮੈਂਟ ਸੈਸ਼ਨ ਹੋਏਗਾ, ਜਦੋਂ ਆਪੋਜੀਸ਼ਨ ਪਾਰਟੀਆਂ ਬਹੁਤ ਵੱਡੇ ਤਰੀਕੇ ਨਾਲ ਪਾਰਲੀਮੈਂਟ ਅਸੀਂ ਜਦੋਂ ਨਹੀਂ ਚੱਲਣ ਦੇਵਾਂਗੇ, ਜਿੰਨਾ ਚਿਰ ਇਹ ਬਿੱਲ ਵਾਪਸ ਤੇ ਨਵੇਂ ਬਿੱਲ ਨਹੀਂ ਬਣਦੇ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਰਕਾਰ ਇਸ ਗੱਲ ਦੇ ਅੱਗੇ ਮੈਂ ਝੁਕਣ ਦੀ ਗੱਲ ਨਹੀਂ ਕਹਿੰਦਾ, ਕਿਉਂਕਿ ਸਰਕਾਰ ਵੀ ਸਾਡੀ ਹੁੰਦੀ ਆ, ਸਰਕਾਰ ਇਸ ਗੱਲ ਨੂੰ ਸਮਝੂਗੀ ਤੇ ਜੇ ਕੋਈ ਕਮੀ ਰਹੂਗੀ ਉਹ ਅਸੀਂ ਕਿਸਾਨ ਲੀਡਰਾਂ ਤੋਂ ਸਮਝ ਕੇ ਚੰਗੀ ਤਰ੍ਹਾਂ ਸਰਕਾਰ ਤੋਂ ਇਸ ਸੈਸ਼ਨ 'ਚ ਮਨਾ ਕੇ ਇਸ ਬਿੱਲਾਂ ਨੂੰ ਵਧੀਆ ਤਰੀਕੇ ਨਾਲ ਮਨਾ ਕੇ ਤੇ ਕਿਸਾਨਾਂ ਦੀ ਜਿੱਤ ਕਰਾ ਕੇ ਭੇਜਾਂਗੇ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ। ਸੋ ਸਾਰੇ ਸਿਆਸੀ ਬਿਆਨ ਨੇ ਜੋ ਤੁਹਾਨੂੰ ਸੁਣਾਈ ਨੇ, ਇਹਨਾਂ ਸਿਆਸੀ ਬਿਆਨਾਂ ਦੇ ਆਪੋ ਆਪਣੇ ਪੱਧਰ ਤੇ ਕੋਈ ਸਿਆਸੀ ਮੰਤਵ ਇਹਨਾਂ ਦਾ ਹੋ ਸਕਦਾ, ਇਸ ਦੇ ਉੱਤੇ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਜਿਸ ਤਰ੍ਹਾਂ ਇਹਨਾਂ ਨੇ ਸ਼ਾਂਤਮਈ ਪ੍ਰੋਟੈਸਟ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਉਸ ਦਾ ਸਮਰਥਨ ਅਸੀਂ ਵੀ ਕਰਦੇ ਹਾਂ ਤੇ ਸਾਰੇ ਉਸ ਚੀਜ਼ ਦਾ ਸਮਰਥਨ ਕਰਦੇ ਨੇ। ਡੱਲਾ ਜੀ, ਅੰਦੋਲਨ ਕੋਈ ਵੀ ਹੋਵੇ ਡੈਮੋਕ੍ਰੇਸੀ ਜੋ ਹੋਣਾ ਤਾਂ ਸ਼ਾਂਤਮਈ ਚਾਹੀਦਾ ਜੀ, ਕਿਸੇ ਦਾ ਵੀ ਅੰਦੋਲਨ ਹੋਵੇ, ਜ਼ਰੂਰੀ ਨਹੀਂ ਕਿਸਾਨਾਂ ਦਾ, ਸ਼ਾਂਤਮਈ ਅੰਦੋਲਨ ਕੋਈ ਵੀ ਆ, ਉਹ ਤਾਂ ਸਾਡਾ ਸੰਵਿਧਾਨ ਕਹਿੰਦਾ, ਸੰਵਿਧਾਨ ਨੂੰ ਤਾਂ ਸਾਡੀ ਸੁਪਰੀਮ ਕੋਰਟ ਕਹਿੰਦੀ ਬਿਲਕੁਲ ਕਿ ਸ਼ਾਂਤਮਈ ਅੰਦੋਲਨ ਨਿਯਮ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਨਾ ਉਹ ਹੱਕ ਹੈ ਸਾਰਿਆਂ ਦਾ, ਸੋ ਉਹੀ ਕਰਨਾ ਚਾਹੀਦਾ ਕਿਸਾਨਾਂ ਨੂੰ। ਬਿਲਕੁਲ। ਡੱਲਾ ਜੀ, ਹੁਣ ਅੱਗੇ ਭਵਿੱਖ ਕੀ ਵੇਖ ਰਹੇ ਹੋ ਕਿਸਾਨੀ ਅੰਦੋਲਨ ਦਾ, ਜੋ ਲਗਾਤਾਰ ਜਿਸ ਤਰ੍ਹਾਂ ਦਾ ਵਰਤਾਂਤ ਹੋਇਆ ਹੈ, ਚਾਹੇ ਕੁਝ ਮੀਡੀਆ ਦਾ ਕੁਝ ਅਜਿਹਾ ਹਿੱਸਾ ਵੀ ਹੈ ਜਿਹੜਾ ਹੁਣ ਲਗਾਤਾਰ ਕਿਸਾਨੀ ਅੰਦੋਲਨ ਨੂੰ ਅਜਿਹੇ ਤੱਥਾਂ ਦੇ ਨਾਲ ਜੋੜ ਰਿਹਾ ਹੈ ਕਿ ਹੁਣ ਨੈਗੇਟਿਵ ਪ੍ਰਚਾਰ ਹੋਣ ਲੱਗਿਆ, ਹੁਣ ਅੱਗੇ ਭਵਿੱਖ ਕੀ ਵੇਖ ਰਹੇ ਹੋ ਦੇਖੋ, ਅਗਰ ਤੱਕ ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਸ਼ਾਂਤਮਈ ਰਿਹਾ ਜਿਵੇਂ ਪਹਿਲਾਂ ਸੀ, ਰਹਿਣਾ ਹੀ ਹੈ ਜਿਵੇਂ ਕਿਸਾਨ ਅੰਦੋਲਨ ਵਾਲੇ ਸਾਰੇ ਕਹਿ ਰਹੇ ਨੇ, ਦੇਖੋ ਫਿਰ ਤਾਂ ਉਹ ਆਪਣੀਆਂ ਮੰਗਾਂ ਦਾ ਆਪਣਾ ਸੰਘਰਸ਼ ਅੱਗੇ ਬਣਾਉਣਗੇ ਜੀ, ਅੱਗੇ ਵਧਾਉਣਗੇ। 2 ਮਹੀਨੇ ਹੋ ਗਏ, 64 65 ਦਿਨ ਹੋਣ ਵਾਲੇ ਆ ਤੇ ਉਹਨਾਂ ਨੇ ਬੈਠੇ ਰਹਿਣਾ ਜਦ ਤੱਕ ਉਹ ਕਹਿੰਦੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਕਿਉਂਕਿ ਜਿਹੜੇ ਕਿਸਾਨ ਨੇ ਨਾ, ਜਦੋਂ ਉਹਨਾਂ ਦੇ ਬਿਆਨ ਸੁਣਦੇ ਆ ਕਿਸਾਨ ਅੰਦੋਲਨਾਂ ਦੇ, ਉਹ ਦ੍ਰਿੜ ਨਿਸ਼ਚਈ ਹੈ। ਗਗਨ ਦੇਖੋ, 2 ਮਹੀਨੇ ਤੋਂ ਪੰਜਾਬ 'ਚ ਪ੍ਰੋਟੈਸਟ ਕਰਦੇ ਰਹੇ, ਹੁਣ 2 ਮਹੀਨੇ ਤੋਂ ਬਾਅਦ ਉਹਨਾਂ ਨੂੰ ਦਿੱਲੀ 'ਚ ਜਾ ਕੇ ਹੋ ਗਏ, ਔਰ ਜਦੋਂ ਉਹਨਾਂ ਨੇ ਸਪਸ਼ਟ ਕਹਿਤਾ ਕਿ ਸਾਡੀ ਕੋਈ ਤਸਵੀਰ ਨਹੀਂ, ਤੁਸੀਂ ਦੱਸੋ ਅਸੀਂ ਉਸ ਹਿੰਸਾ 'ਚ ਹੋਈ ਜੀ, ਸੋ ਇਸ ਕਰਕੇ ਕਹਿੰਦੇ ਅਸੀਂ ਸ਼ਾਂਤੀਪੂਰਵਕ ਅੰਦੋਲਨ ਉਸੇ ਤਰ੍ਹਾਂ ਕਰਾਂਗੇ। ਹੁਣ ਦੇਖੋ, ਇੱਕ ਪਾਰਲੀਮੈਂਟ ਦਾ ਸੈਸ਼ਨ ਵੀ ਹੈ, ਆ 1 ਫਰਵਰੀ ਤੋਂ ਪਾਰਲੀਮੈਂਟ ਦਾ ਸੈਸ਼ਨ ਹੈ, ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਨੂੰ ਉਭਾਰਨਗੀਆਂ, ਔਰ ਪਾਰਲੀਮੈਂਟ ਦੇ ਵਿੱਚ ਵੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦੇ ਹੀ ਗਗਨ ਬਹੁਤ ਵੱਡਾ ਹੱਲਾ ਗੁੱਲਾ ਹੋਣਾ ਇਸ ਮਸਲੇ ਤੇ। ਬਿਲਕੁਲ, ਕਿਸਾਨ ਅੰਦੋਲਨ ਦੇ ਮਸਲੇ ਤੇ ਸਾਰੀਆਂ ਵਿਰੋਧੀ ਧਿਰਾਂ, ਮੈਨੂੰ ਲੱਗਦਾ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਪਾਰਲੀਮੈਂਟ ਹੀ ਨਾ ਚੱਲਣ ਦਈਏ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਡਿੱਕੇ ਪਾਉਣੇ ਨੇ, ਜਿਵੇਂ ਪਿਛਲੇ ਸਮਿਆਂ 'ਚ ਕਈ ਦਿਨ ਪਾਰਲੀਮੈਂਟ ਨਹੀਂ ਸੀ ਚੱਲਦੀ। ਸੋ ਇਹ ਕਿਸਾਨ ਅੰਦੋਲਨ ਦਾ ਰੇੜਕਾ ਹੈ ਜਿਹੜਾ, ਇਹ ਸਰਕਾਰ ਲਈ ਐਡੀ ਛੇਤੀ ਖਤਮ ਹੋਣ ਵਾਲਾ ਨਹੀਂ, ਹਾਲਾਂਕਿ ਹਜੇ ਵੀ ਹੋ ਸਕਦਾ ਸਰਕਾਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਹੋਰ ਵੱਡਾ ਦਿਲ ਦਿਖਾ ਦੇ ਵੀ ਚਲੋ ਠੀਕ ਹੈ, ਜਿਨ੍ਹਾਂ ਨੇ ਹਿੰਸਾ ਕੀਤੀ ਉਹਨਾਂ ਤੇ ਅਸੀਂ ਕਾਰਵਾਈਆਂ ਕਰਾਂਗੇ, ਪਰ ਅਸੀਂ ਸ਼ਾਂਤਮਈ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਲਈ ਫੇਰ ਕੋਈ ਨਵਾਂ ਪ੍ਰਸਤਾਵ ਲਿਆਉਣੇ ਆ। ਹੋ ਸਕਦਾ ਹੈ ਕਿ ਸਰਕਾਰ ਕੋਈ ਨਵਾਂ ਪ੍ਰਸਤਾਵ ਹੈ ਜਿਹੜੀ ਲਿਆਵੇ, ਪਰ ਦੇਖੋ ਇਹ ਜਿਹੜੀ ਹਿੰਸਾ ਨਾ, ਹਿੰਸਾ ਦਾ ਨੁਕਸਾਨ ਕਿਸ ਰੂਪ 'ਚ ਹੋਇਆ, ਜਿਹੜਾ ਸਰਕਾਰ ਦੇ ਉੱਤੇ ਇੱਕ ਮਨੋਵਿਗਿਆਨਿਕ ਦਬਾਅ ਬਣ ਰਿਹਾ ਸੀ ਕਿਸਾਨਾਂ ਦੀਆਂ ਮੰਗਾਂ ਦਾ, ਜਾਂ ਸਰਕਾਰ ਦੇ ਉੱਤੇ ਇੱਕ ਮਨੋਵਿਗਿਆਨਿਕ ਜਾਗਰਤੀ ਪੈਦਾ ਹੋ ਰਹੀ ਸੀ ਕਿਸਾਨਾਂ ਦੀਆਂ ਜ਼ਰੂਰਤਾਂ, ਬੁਨਿਆਦੀ ਜ਼ਰੂਰਤਾਂ, ਮੰਗਾਂ ਨੂੰ ਲੈ ਕੇ, ਉਹਦੇ ਤੋਂ ਧਿਆਨ ਦੂਜੇ ਪਾਸੇ ਹੋ ਗਿਆ। ਬਿਲਕੁਲ, ਜਿਵੇਂ ਕਈ ਵਾਰੀ ਸਿਹਤਮੰਦ ਬੰਦਾ ਕੰਮ ਖਿੱਚੀ ਤੁਰੀ ਜਾਂਦਾ, ਤਾਪ ਚੜ ਜੇ, ਬੁਖਾਰ ਹੋ ਜਾਏ 102, 1-2 ਦਿਨ ਦੀ ਵੀ ਛੁੱਟੀ ਕਰ ਲੇ ਕਿ ਉਹ ਦੁਬਾਰਾ ਸਰੀਰ ਸੈੱਟ ਹੋਣ ਨੂੰ, ਦੁਬਾਰਾ ਪੁਰਾਣੇ ਸਮੇਂ ਤੇ ਆਉਣ ਨੂੰ 4-5 ਦਿਨ ਲੱਗ ਜਾਂਦੇ। ਬਿਲਕੁਲ, ਸੋ ਹੁਣ ਕਿਸਾਨਾਂ ਦਾ ਜਿਹੜਾ ਇਹ ਸੰਘਰਸ਼ ਹੈ, ਇੱਕ ਵਾਰੀ ਜਿਸ ਉਚਾਈ ਤੇ ਸੀ, ਇਹ ਸ਼ਾਂਤਮਈ ਅੰਦੋਲਨ ਇਸ ਹਿੰਸਾ ਦੇ ਦਾਗ ਨਾਲ ਉਹ ਉਚਾਈ ਤੋਂ ਥੋੜਾ ਹੇਠਾਂ ਹੈ। ਬਿਲਕੁਲ, ਦੇਖੋ ਇਹਦੇ 'ਚ ਇਹ ਸੱਚਾਈ ਹਮੇਸ਼ਾ ਸਵੀਕਾਰ ਕਰਨੀ ਚਾਹੀਦੀ ਹੈ। ਬਿਲਕੁਲ, ਕਿ ਸਰਕਾਰ ਤੇ ਇਸ ਹਿੰਸਕ ਘਟਨਾਵਾਂ ਦੇ ਨਾਲ ਕਿਸਾਨਾਂ ਦੇ ਇਸ ਅੰਦੋਲਨ ਦੇ ਪ੍ਰਤੀ ਸਰਕਾਰ ਦੀ ਜਿਹੜੀ ਗੰਭੀਰਤਾ ਹੈ ਉਹ ਘਟੂ ਥੋੜੀ। ਬਿਲਕੁਲ, ਪਰ ਅਗਰ ਸ਼ਾਂਤਮਈ ਪ੍ਰੋਟੈਸਟ ਕਰਦੇ ਨੇ ਕਿਸਾਨ, ਆਪਣੀਆਂ ਮੰਗਾਂ ਤੇ ਡਟੇ ਰਹਿੰਦੇ ਨੇ, ਦੇਸ਼ ਭਰ ਚੋਂ, ਦੁਨੀਆ ਭਰ ਤੋਂ ਸਮਰਥਨ ਅਗਰ ਉਸੇ ਤਰ੍ਹਾਂ ਜਾਰੀ ਰਹਿੰਦਾ ਹੈ, ਤਾਂ ਫਿਰ ਹੌਲੀ-ਹੌਲੀ ਸਰਕਾਰ ਤੇ ਜਾਗਰਤੀ ਆਊ ਸਰਕਾਰ ਨੂੰ ਵੀ ਨਹੀਂ, ਇਹ ਸੱਚਮੁੱਚ ਸ਼ਾਂਤੀਪੂਰਵਕ ਨੇ ਕਿਸਾਨ ਸਾਰੇ, ਤੇ ਇਹਨਾਂ ਦੀਆਂ ਮੰਗਾਂ ਦੇ ਵਿੱਚ ਵਾਜਿਬ ਦਮ ਹੈ। ਹੁਣ ਪਾਰਲੀਮੈਂਟ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਆ ਜਾਣਾ ਜੀ। ਹੁਣ ਅੱਜ ਤੱਕ ਤਾਂ ਕਿਸਾਨ ਆਪਣੇ ਮੋਢਿਆਂ ਤੇ ਇਸ ਅੰਦੋਲਨ ਨੂੰ ਚਲਾ ਰਹੇ ਸੀ, ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਹੁਣ ਪੋਲੀਟੀਕਲ ਤੌਰ ਦੇ ਉੱਤੇ ਵੀ ਪੋਲੀਟੀਕਲ ਪਾਰਟੀਆਂ ਬੀਜੇਪੀ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ, ਔਰ ਬੀਜੇਪੀ ਵੀ ਪੂਰੀ ਕੋਸ਼ਿਸ਼ ਕਰੂ ਸਮਝਾਉਣ ਦੀ ਵੀ। ਦੇਖੋ, ਅਸੀਂ ਤਾਂ ਪਹਿਲਾਂ ਸਮਝਾ ਰਹੇ ਸੀ, ਹੁਣ ਉਹ ਪਾਰਲੀਮੈਂਟ ਦੇ ਜ਼ਰੀਏ ਵੀ ਸਮਝਾਉਣਗੇ। ਮੈਨੂੰ ਇਹ ਵੀ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਵੀ ਚਰਚਾ ਦੁਬਾਰਾ ਇਸ ਹਾਲਾਂਕਿ ਬਿੱਲ ਪਾਸ ਹੋ ਗਿਆ,
ਲੋਕ ਸਭਾ ਦੇ ਵਿੱਚ, ਪਰ ਕਿਸੇ ਚਰਚਾ 'ਚ ਜਵਾਬ ਸਰਕਾਰ ਦੇ ਸਕਦੀ ਹੈ ਪਾਰਲੀਮੈਂਟ ਕਿ ਇਹਨਾਂ ਬਿੱਲਾਂ ਦੇ ਫਾਇਦੇ ਕੀ, ਕਿਸੇ ਨਾ ਕਿਸੇ ਦੇ ਸਵਾਲ ਤੇ, ਕਿਸੇ ਮੈਂਬਰ ਦੇ ਸਵਾਲ ਤੇ ਜਵਾਬ ਦੇ ਸਕਦੀ ਹੈ ਸਰਕਾਰ ਪਾਰਲੀਮੈਂਟ 'ਚ ਜਾ ਕੇ, ਪੂਰੇ ਦੇਸ਼ ਨੂੰ ਪਾਰਲੀਮੈਂਟ ਦੇ ਜ਼ਰੀਏ ਦੱਸ ਸਕਦੀ ਹੈ। ਔਰ ਸਰਕਾਰ ਜਿਹੜਾ ਐਮਐਸਪੀ ਦਾ ਉੱਤੇ ਦੇਖੋ ਮੰਗ ਤਾਂ ਹੈਗੀ ਕਾਨੂੰਨ ਬਣਾਉਣ ਦੀ, ਸਰਕਾਰ ਲਗਾਤਾਰ ਕਹੀ ਜਾ ਰਹੀ ਹੈ ਕਿ ਅਸੀਂ ਐਮਐਸਪੀ ਤੇ ਲਿਖਤੀ ਭਰੋਸਾ ਦਿੰਦੇ ਹਾਂ। ਸਰਕਾਰ ਇੱਕ ਵਾਰੀ ਫੇਰ ਪਾਰਲੀਮੈਂਟ 'ਚ ਗੱਲਾਂ ਕਰ ਸਕਦੀ ਹੈ ਇਹਨਾਂ ਕਾਨੂੰਨਾਂ ਬਾਰੇ ਕਿ ਅਸੀਂ ਕਿਸਾਨਾਂ ਨੂੰ ਕੀ ਕੀ ਪ੍ਰਸਤਾਵ ਦਿੱਤੇ ਸੀ, ਔਰ ਸਰਕਾਰ ਪਾਰਲੀਮੈਂਟ ਦੇ ਵਿੱਚ ਪੂਰਾ ਖਰੜਾ ਏਜੰਡਾ ਪੇਸ਼ ਕਰ ਸਕਦੀ ਹੈ ਜੋ ਕਿਸਾਨਾਂ ਨਾਲ 11 ਦੌਰ ਦੀ ਗੱਲਬਾਤ ਹੋਈ ਹੈ, ਬਿਲਕੁਲ, ਤਾਂ ਕਿ ਉਹ ਪੋਲੀਟੀਕਲ ਪਾਰਟੀਆਂ ਨੂੰ ਵੀ ਕਾਊਂਟਰ ਕਰ ਸਕੇ, ਜਵਾਬ ਦੇ ਸਕੇ। ਬਾਕੀ ਆਸ ਤੱਕ ਅਗਰ ਇਹੀ ਕਰਾਂਗੇ ਕਿ ਕਿਸਾਨਾਂ ਤੇ ਸਰਕਾਰ ਦੇ ਵਿੱਚ ਕੋਈ ਸਮਝੌਤਾ ਹੋਵੇ, ਮਸਲੇ ਨਿਬੜਨ, ਜਾਂ ਤਾਂ ਸਰਕਾਰ ਮੰਨ ਜੇ ਕਾਨੂੰਨ ਰੱਦ ਕਰਨ ਨੂੰ, ਜਾਂ ਕਿਸਾਨ ਤੇ ਸਰਕਾਰ ਕਿਸੇ ਸਹਿਮਤੀ ਤੇ ਬਣ ਜਾਣ, 1.5 ਸਾਲ 2 ਸਾਲ 2.5 ਸਾਲ 3 ਸਾਲ ਦਾ ਕੋਈ ਫਾਸਲਾ ਪਾ ਲੈਣ। ਬਿਲਕੁਲ, ਕਿਉਂਕਿ ਕਿਉਂਕਿ ਜ਼ਿੱਦਾਂ ਨਾਲ ਮਸਲੇ ਨਹੀਂ ਨਿਬੜਨੇ। ਦੇਖੋ ਆંકੜੇ ਮੇਰੇ ਕੋਲੇ ਆਏ ਪਏ ਨੇ, ਹੁਣ ਕਿਸਾਨ ਅੰਦੋਲਨ ਕਰਕੇ ਅਰਥ ਵਿਵਸਥਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇੱਕ ਬਹੁਤ ਵੱਡੀ ਜਥੇਬੰਦੀ ਹੈ ਐਸੋਚੈਮ, ਜਿਹੜਾ ਉਦਯੋਗ ਨਾਲ ਸੰਬੰਧਿਤ ਹੈ ਜੀ, ਇਹ ਉਦਯੋਗ ਚੈਂਬਰ ਦੇ ਮੈਂਬਰ ਨੇ। ਉਹਨਾਂ ਨੇ ਸਰਕਾਰ ਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵਿਵਾਦ ਖਤਮ ਕਰੋ। ਇਹ ਉਦਯੋਗ ਚੈਂਬਰ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼, ਐਸੋਚੈਮ ਜੀ, ਹੁਣ ਇਹ ਕਹਿੰਦੇ ਵੀ ਸਰਕਾਰ ਤੇ ਕਿਸਾਨ ਆਪਸ 'ਚ ਮਿਲ ਕੇ ਵਿਵਾਦ ਖਤਮ ਕਰਨ, ਤਾਂ ਕਿ ਦੇਖੋ 3 ਸੂਬੇ ਨੇ, ਪੰਜਾਬ ਹੈ, ਹਰਿਆਣਾ, ਹਿਮਾਚਲ ਹੈ, ਜੰਮੂ ਕਸ਼ਮੀਰ ਹੈ। ਸੜਕ ਦੇ ਜ਼ਰੀਏ ਟੂਰਿਜ਼ਮ ਬਹੁਤ ਜ਼ਿਆਦਾ ਹੈ, ਬਿਲਕੁਲ, ਬਹੁਤ ਵੱਡੀ ਗਿਣਤੀ 'ਚ ਪੂਰੇ ਇੰਡੀਆ ਤੋਂ ਲੋਕ ਸਾਡੇ ਸ਼੍ਰੀ ਦਰਬਾਰ ਸਾਹਿਬ ਆਉਂਦੇ ਆ। ਸਾਡੀਆਂ ਸਿੱਖ ਵਿਰਾਸਤਾਂ ਨੇ ਪੰਜਾਬ 'ਚ, ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਆ। ਬਿਲਕੁਲ, ਪੰਜਾਬ 'ਚ ਮੋਹ ਹੁੰਦਾ ਲੋਕਾਂ ਨੂੰ ਵੀ ਪੰਜਾਬ ਦੇਖ ਕੇ ਆਉਣਾ ਹੈ, ਦੁਨੀਆ ਭਰ ਤੋਂ ਸੈਲਾਨੀ ਪੰਜਾਬ 'ਚ ਆਉਂਦੇ ਨੇ। ਫਿਰ ਹਿਮਾਚਲ 'ਚ ਵੀ ਜਾਂਦੇ ਨੇ। ਬਿਲਕੁਲ, ਹਿਮਾਚਲ ਪਹਾੜ ਨੇ ਸਾਡੇ, ਸਾਨੂੰ ਸਾਰਿਆਂ ਨੂੰ ਪਤਾ, ਸ਼ਿਮਲਾ ਹੈ, ਚੰਬਾ ਹੈ, ਕੁੱਲੂ, ਮਨਾਲੀ, ਕਿੰਨਾ ਕੁਛ ਹੈ ਹਿਮਾਚਲ 'ਚ। ਬਿਲਕੁਲ, ਪਹਾੜ ਹੀ ਪਹਾੜ ਨੇ ਹਿਮਾਚਲ 'ਚ। ਹਾਂਜੀ, ਅੱਜ ਕੱਲ੍ਹ ਤਾਂ ਧੁੰਦਾ ਵੀ ਬਹੁਤ, ਠੰਡ ਬਹੁਤ ਜ਼ਿਆਦਾ ਪੈ ਰਹੀ ਆ, ਬਰਫ਼ ਪੈਂਦੀ ਜਮਾ ਕਈ ਵਾਰੀ ਤਾਂ। ਸੋ ਇੰਨੀ ਬਰਫ਼ ਪੈਂਦੀ ਹੈ, ਲੋਕ ਬਰਫ਼ ਦੇਖਣ ਆਉਂਦੇ ਨੇ। ਫਿਰ ਸ਼ਿਮਲਾ, ਉਹ ਸਵਰਗ ਹੈ ਕਹਿੰਦੇ, ਜੀ, ਉੱਥੇ ਡਲ ਝੀਲ ਹੈ, ਡਲ ਝੀਲ ਹੈ ਸ਼ਿਮਲੇ 'ਚ। ਉਹ ਕਹਿੰਦੇ ਬਰਫ਼ ਸ਼ੀਸ਼ਾ ਬਣ ਜਾਂਦਾ ਉਤਲੇ ਪਾਣੀ ਦਾ, ਕਹਿੰਦੇ ਗਗਨ ਜੀ, ਜਦੋਂ ਐਡੀ ਠੰਡ ਪੈਂਦੀ ਹੈ ਕੜਾਕੇ ਦੀ ਗਗਨ, ਮਾਈਨਸ 'ਚ ਨੈਗੇਟਿਵ ਤਾਪਮਾਨ ਚਲਾ ਜਾਂਦਾ, ਜਿਵੇਂ ਕੈਨੇਡਾ ਦੇ ਸਰੀ ਸੁਰੀ 'ਚ ਜਾਂਦਾ, ਨੈਗੇਟਿਵ ਟੈਂਪਰੇਚਰ ਹੋ ਜਾਂਦਾ ਹੈ। ਔਰ ਪਾਣੀ ਦੇ ਉੱਤੇ ਬਰਫ਼ ਦੀਆਂ ਪਰਤਾਂ ਜੰਮ ਜਾਂਦੀਆਂ ਨੇ, ਐਡੀ ਜੰਮ ਜਾਂਦੀ ਹੈ ਜੰਮੂ ਕਸ਼ਮੀਰ 'ਚ। ਡਲ ਝੀਲ ਮਸ਼ਹੂਰ ਬੜੀ ਆ ਉੱਥੇ। ਉਹ ਜਿਹੜੇ ਕਾਫੀ ਉਹ ਕਿਸ਼ਤੀਆਂ, ਉਹਨਾਂ ਨੂੰ ਮੈਨੂੰ ਨਾਂ ਨਹੀਂ ਪਤਾ ਕਹਿੰਦੇ ਕੀ ਹੈ। ਸੋ ਬਹੁਤ ਲੋਕ ਸਿਰਫ ਉਹਨਾਂ 'ਚ ਸਵਾਰੀ ਕਰਨਾ ਚਾਹੁੰਦੇ ਨੇ, ਜੀ, ਉਹ ਜਾਂਦੇ ਨੇ। ਔਰ ਸਾਰਾ ਟੂਰਿਜ਼ਮ ਹੈ ਜੰਮੂ ਕਸ਼ਮੀਰ 'ਚ। ਸੇਬਾਂ ਦੀ ਸਪਲਾਈ ਹੈ ਹਿਮਾਚਲ ਤੋਂ, ਜੰਮੂ ਕਸ਼ਮੀਰ ਤੋਂ, ਕ੍ਰੌਪ ਫਸਲਾਂ ਪੂਰੇ ਮੁਲਕ 'ਚ ਜਾਂਦੀਆਂ ਨੇ, ਆਵਾਜਾਈ ਬੰਦ ਹੈ। 3500 ਕਰੋੜ ਰੁਪਏ ਦਾ ਕਹਿੰਦੇ ਹੁਣ ਤੱਕ ਘਾਟਾ ਹੋ ਚੁੱਕਿਆ ਹੈ, ਇਹ ਸਾਰੇ ਮਸਲਿਆਂ ਕਰਕੇ ਲਗਾਤਾਰ, ਔਰ 60 ਦਿਨਾਂ 'ਚ। ਔਰ ਇਹਦੇ ਨਾਲ ਕਹਿੰਦੇ ਲੌਜਿਸਟਿਕ ਦੀ ਜਿਹੜੀ ਕਾਸਟ ਆ ਵੱਧ ਜਾਂਦੀ ਹੈ, ਭਾਵ ਢੁਆਈ ਦੇ ਸਾਧਨ ਮਹਿੰਗੇ ਹੋ ਜਾਂਦੇ ਨੇ। 8 ਤੋਂ 10% ਦਾ ਵਾਧਾ, ਕਿਉਂਕਿ ਟਰੱਕਾਂ ਨੇ, ਜਿਹੜੇ ਟਰੱਕ ਨੇ 6 ਘੰਟੇ 'ਚ ਪਹੁੰਚਣਾ ਸੀ, ਹੁਣ ਉਹ 12 ਘੰਟੇ 'ਚ ਪਹੁੰਚੂਗਾ। ਉਹਦਾ ਡੀਜ਼ਲ ਜ਼ਿਆਦਾ ਲੱਗੂਗਾ, ਜਾਮ ਹੈ, ਟਰੱਕ ਹੌਲੀ ਹੌਲੀ ਚੱਲੂਗਾ, ਰੇਸ ਤੇ ਜ਼ਿਆਦਾ ਪੈਰ ਦੇਣਾ ਪਊਗਾ। ਜੀ, ਭਾਵੇਂ ਬੱਸ ਹੈ ਭਾਵੇਂ ਟਰੱਕ ਹੈ, ਉਹ ਡੀਜ਼ਲ ਜ਼ਿਆਦਾ ਫੂਕੂ। ਔਰ ਸੁੱਖ ਨਾਲ ਡੀਜ਼ਲ ਦੀਆਂ, ਪੈਟਰੋਲ ਦੀਆਂ ਕੀਮਤਾਂ ਪਹਿਲਾਂ ਹੀ ਅੱਖਾਂ 'ਚੋਂ ਪਾਣੀ ਕੱਢਦੀਆਂ। ਬਿਲਕੁਲ, ਬੰਦਾ ਸਕੂਟਰ ਮੋਟਰਸਾਈਕਲ 'ਚ ਪੈਟਰੋਲ ਪਾਉਣ ਲੱਗਿਆ ਦਿਲੋਂ ਰੋਣ ਲੱਗ ਜਾਂਦਾ ਵੀ ਐਡਾ ਮਹਿੰਗਾ। ਹਰ ਚੀਜ਼ ਦੀ ਲਾਗਤ ਵੱਧ ਗਈ ਉਹਦੇ ਕਰਕੇ, ਕੁਛ ਪੈਟਰੋਲ ਡੀਜ਼ਲ ਵੱਧ ਗਿਆ, ਕੁਛ ਇਹਦੇ ਕਰਕੇ। ਸੋ ਦਿੱਲੀ ਦਾ ਸਫ਼ਰ, ਜਿਹੜਾ ਕੋਈ ਵਿਅਕਤੀ ਚੰਡੀਗੜ੍ਹੋਂ ਦਿੱਲੀ ਜਾਂਦਾ ਸੀ, ਉਹਦੇ 2-2.5 ਘੰਟੇ ਵੱਧ ਗਏ। ਤੁਸੀਂ ਦੇਖੋ ਸਿੰਘੂ ਬਾਰਡਰ ਕੋਲੋਂ, ਸੋਨੀਪਤ ਕੋਲੋਂ ਦਿੱਲੀ ਜਾਣ ਵਾਲੇ ਨੂੰ 3 ਘੰਟੇ ਵੱਧ ਲੱਗਦੇ। ਜੀ, ਉਹ ਸੋਨੀਪਤ ਤੋਂ ਇੱਕ ਉਹ ਪੁਲ ਵਾਲੇ ਪਾਸੇ ਜਾਣਾ ਪੈਂਦਾ ਹੈ, ਉਹ ਰਾਜਸਥਾਨ ਜੈਪੁਰ ਹਾਈਵੇ ਵਾਲੇ ਪਾਸੇ ਜਾਣਾ ਪੈਂਦਾ ਪਹਿਲਾਂ, ਪਲਵਲ ਤੋਂ ਪਿੱਛੇ ਜੇ। ਉਹ ਫਿਰ ਜੈਪੁਰ ਵਾਲੇ ਹਾਈਵੇ ਤੋਂ ਫਿਰ ਗੁੜਗਾਉਂ ਹੋ ਕੇ ਦਿੱਲੀ ਜਾਣਾ ਪੈਂਦਾ, ਐਡਾ ਲੰਬਾ ਪੈਂਡਾ ਤੈਅ ਕਰਨਾ ਪੈਂਦਾ। ਜੀ, ਨਹੀਂ ਤਾਂ ਪਾਣੀਪਤ ਸੋਨੀਪਤ ਪਾਰ ਕਰੋ ਤੇ ਅੱਗੇ ਕਰਨਾਲ ਬਾਈਪਾਸ ਆ ਜਾਂਦਾ, ਉਧਰੋਂ ਦਿੱਲੀ ਵੜ ਜਾਓ, ਨੋਇਡਾ ਵੜ ਜਾਓ, ਯੂਪੀ ਚਲੇ ਜਾਓ, ਜਿੱਧਰ ਮਰਜ਼ੀ ਚਲੇ ਜਾਓ। ਮੈਂ ਜਾ ਕੇ ਆਇਆ 2-3 ਵਾਰ। ਸੋ ਮੈਨੂੰ ਤਾਂ 10-10 ਘੰਟੇ ਲੱਗ ਗਏ। ਜੀ, 11 ਇੱਕ ਦਿਨ ਧੁੰਦ ਬਹੁਤ ਜ਼ਿਆਦਾ ਸੀ, ਮੀਂਹ ਵੀ ਪੈ ਰਿਹਾ ਸੀ, ਅੱਧੇ ਰਸਤੇ 'ਚ ਮੀਂਹ ਸੀ, ਇੱਧਰ ਧੁੰਦ ਸੀ, ਉਹ 12 ਘੰਟੇ ਲੱਗ ਗਏ ਮੈਨੂੰ। ਇੰਨਾ ਲੰਬਾ ਪੈਂਡਾ ਮੈਨੂੰ ਤੈਅ ਕਰਨਾ ਪਿਆ। ਜੀ, ਸੋ ਅਰਥ ਵਿਵਸਥਾ ਦੇ ਨੁਕਸਾਨ ਕਰਕੇ ਉਦਯੋਗ, ਇੰਡਸਟਰੀ, ਇਹਨਾਂ ਵੱਲੋਂ ਵੀ ਹੁਣ ਕਿਹਾ ਜਾ ਰਿਹਾ ਸਰਕਾਰ ਤੇ ਕਿਸਾਨਾਂ ਨੂੰ ਕਿ ਤੁਸੀਂ ਵਿਵਾਦ ਹੈ ਜਿਹੜਾ ਇਹ ਆਪਸ 'ਚ ਇਹਨੂੰ ਨਿਬੇੜੋ। ਬਿਲਕੁਲ।
ਸੋ ਹੁਣ ਅੱਗੇ ਜਿਹੜੀਆਂ ਚਰਚਾਵਾਂ ਸਾਰੀਆਂ ਇਹੀ ਹੋਣੀਆਂ ਨੇ ਕਿ ਆਖਰਕਾਰ ਹੁਣ ਕਿੱਦਾਂ ਇਹ ਜਿਹੜੀ ਚੀਜ਼ ਨਿਬੜੇਗੀ। ਚਾਹੇ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ, ਉਸ ਦੇ ਉੱਤੇ ਵੀ ਚਰਚਾਵਾਂ ਨੇ। ਰਵਨੀਤ ਬਿੱਟੂ ਦਾ ਵੀ ਬਿਆਨ ਹੈ ਇਸ ਨੂੰ ਲੈ ਕੇ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਸਰਕਾਰ ਨੂੰ ਸਾਰੀ ਕੱਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਕਿਸਾਨਾਂ ਦਾ ਪੱਖ ਰੱਖਣ ਦੀ ਕੋਸ਼ਿਸ਼ ਕਰਾਂਗੇ। ਸੋ ਉਮੀਦ ਕਰਦੇ ਹਾਂ ਕਿ ਪਾਰਲੀਮੈਂਟ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦਾ ਕੋਈ ਹੱਲ ਹੋ ਜਾਵੇ। ਬਾਕੀ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਸ਼ਾਂਤਮਈ ਚੱਲ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸ਼ਾਂਤਮਈ ਰਹੇ, ਇਸ ਚੀਜ਼ ਦੀ ਕਾਮਨਾ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਲਵਾਂਗੇ। ਫਿਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰ ਹੋਣੇ ਆ। ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ। ਇੱਕ ਗੱਲ ਮੈਂ ਤੁਹਾਡੇ ਧੰਨਵਾਦ ਨੂੰ ਰੋਕ ਕੇ ਫਿਰ ਕਹਿਣੀ ਜੀ। ਚਾਹੁੰਦਾ। ਮੈਂ ਕਈ ਵਾਰੀ ਤੁਹਾਨੂੰ ਧੰਨਵਾਦ ਤੋਂ ਪਹਿਲਾਂ ਹੀ ਬੋਲ ਲੈਣਾ। ਮੈਂ ਗੱਲ ਕਰਨੀ ਚਾਹੁੰਦਾ ਸੀ ਅਬੇ ਚੌਟਾਲਾ ਦੀ। ਦੇਖੋ ਅਬੇ ਚੌਟਾਲਾ ਨੇ ਅਸਤੀਫਾ ਦਿੱਤਾ, ਆਪਣੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਨੇ, ਐਮਐਲਏ ਨੇ ਅਬੇ ਚੌਟਾਲਾ, ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਨੇ ਜੀ। ਉਹਨੇ ਅਸਤੀਫਾ ਦਿੱਤਾ ਰੋਸ ਵਜੋਂ। ਉਹਨੇ 26 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ, ਆਪਾਂ ਜ਼ਿਕਰ ਕੀਤਾ ਸੀ ਜੀ। ਓਮ ਪ੍ਰਕਾਸ਼ ਅਬੇ ਚੌਟਾਲਾ ਕਹਿੰਦੇ ਵੀ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਇਆ, ਇਸ ਕਰਕੇ ਮੈਂ ਵਿਧਾਇਕੀ ਤੋਂ ਅਸਤੀਫਾ ਦਿੰਦਾ। ਔਰ ਜੋ ਮੈਨੂੰ ਪਤਾ ਲੱਗਿਆ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਅਸਤੀਫਾ ਸਵੀਕਾਰ ਕਰ ਲਿਆ ਜੀ। ਹੁਣ ਪੰਜਾਬ ਵਾਲੇ ਜਦੋਂ ਅਸਤੀਫੇ ਦਿੰਦੇ ਸੀ ਨਾ, ਸਾਡੇ ਸਪੀਕਰ ਸਾਹਿਬ ਸਵੀਕਾਰ ਹੀ ਨਹੀਂ ਸੀ ਕਰਦੇ। ਆ ਖਹਿਰਾ ਵੀ ਅਸਤੀਫਾ ਦੇ ਕੇ ਮੋੜ ਕੇ ਲੈ ਗਿਆ ਜੀ। ਆਪ ਵਾਲੇ ਵੀ ਕਿੰਨੇ ਅਸਤੀਫਾ ਦੇ ਕੇ ਮੋੜ ਕੇ ਲੈ ਗਏ। ਸੋ ਪੰਜਾਬ 'ਚ ਤਾਂ ਅਸਤੀਫਾ ਦੇਣਾ ਮੈਂ ਦੇਖਿਆ ਸ਼ੁਗਲ ਮੇਲਾ ਜਿਹਾ ਬਣ ਗਿਆ, ਖੇਡ ਬਣ ਗਈ। ਬਿਲਕੁਲ। ਹਾਲਾਂਕਿ ਪੰਜਾਬ ਦੇ ਇੱਕ ਵਿਧਾਇਕ ਨੇ ਕੁਲਜੀਤ ਨਾਗਰਾ ਜੀ, ਉਹਨਾਂ ਨੇ ਵੀ ਅਸਤੀਫਾ ਦਿੱਤਾ ਹੋਇਆ ਹੈ, ਪਰ ਸਪਸ਼ਟ ਉਹ ਦਲੇਰੀ ਨਾਲ ਉਹਨਾਂ ਨੇ ਦਿੱਤਾ ਸੀ ਜਦੋਂ ਇਹ ਕਿਸਾਨ ਅੰਦੋਲਨ ਪਾਰਲੀਮੈਂਟ 'ਚ ਇਹ ਬਿੱਲ ਪਾਸ ਹੋਏ ਸੀ ਕਾਨੂੰਨ। ਜੀ। ਪਰ ਹਜੇ ਮੈਨੂੰ ਇਹ ਨਹੀਂ ਪਤਾ ਉਹਨਾਂ ਦਾ ਸਾਡੇ ਸਪੀਕਰ ਨੇ ਮਨਜ਼ੂਰ ਕੀਤਾ ਜਾਂ ਨਹੀਂ ਕੀਤਾ। ਨਹੀਂ ਮਨਜ਼ੂਰ ਅਧਿਕਾਰ ਖੇਤਰ ਸਪੀਕਰ ਦਾ ਹੈ, ਪਰ ਫਰਕ ਨਹੀਂ ਸਮਝ ਆਇਆ। ਹਰਿਆਣੇ ਵਾਲਿਆਂ ਨੇ ਝੱਟ ਸਵੀਕਾਰ ਕਰ ਲਿਆ ਜੀ। ਹੈ ਜੀ, ਮਿੰਟ ਲਾਇਆ ਉਹਨਾਂ ਨੇ ਅਸਤੀਫਾ। ਪੰਜਾਬ ਵਾਲਿਆਂ ਦਾ ਸਵੀਕਾਰ ਨਹੀਂ ਹੁੰਦਾ ਛੇਤੀ। ਸੋ ਹੁਣ ਇਹਦੇ ਨਾਲ ਦਿੱਲੀ ਪੁਲਿਸ ਨੇ ਵੀ ਗਗਨ ਇੱਕ ਪ੍ਰੈਸ ਕਾਨਫਰੰਸ की है। सो जाते जाते वो भी सुना देने जी। बहुत बहुत धन्यवाद। दिल्ली के जनता की इंटरेस्ट को ध्यान में रखते हुए, सिक्योरिटी को ध्यान में रखते हुए यह तय हुआ कि कुछ टर्म्स एंड कंडीशंस लागू किया जाए। जो टर्म्स एंड कंडीशन उनको रिटर्न परमिशन के साथ उनको दिया गया। पहला टर्म्स था कि किसान ट्रैक्टर रैली वो 12 बजे दोपहर से शुरुआत हो और 5 बजे तक ख़त्म हो जाए। इसके बाद दूसरी कंडीशंस जो ले की गई वो था कि ट्रैक्टर मार्च जो किसान लीडर्स थे, जो उनके वरिष्ठ लीडर्स थे, वो लीड करें, वो अगली पंक्ति में वो रहें। इसके बाद ये भी तय हुआ कि हर एक जत्थे के साथ उनके लीडर्स भी साथ चलें ताकि वे अपने जत्थे को कंट्रोल कर सकें और रैली, जैसा कि आप समझ सकते हैं, ये पीसफुल और डिसिप्लिन हो। इसके बाद जब रिटर्न परमिशन देने के बाद एक अंडरटेकिंग भी ली गई जिसमें उन्होंने ये सारे शर्तें को मंजूर किया और ये तय हुआ कि किसान रैली 26 तारीख को 12 बजे से शुरू होगी। इन सब पुलिस एक्शन में पुलिस ने संयम बरता। पुलिस के पास सभी ऑप्शंस थे, लेकिन पुलिस ने संयम का रास्ता चुना। पुलिस ने संयम का रास्ता इसलिए चुना कि हम जो जान माल की नुकसान नहीं चाहते थे, जो लॉस ऑफ लाइफ होना था उसको हम वो रास्ता न चुन करके हमने संयम का रास्ता लिया। और ये हमारी और उनके बीच में एग्रीमेंट थी। हम जिम्मेवार रहे हैं और हम अपनी बड़े जिम्मेवारी के साथ जो एग्रीमेंट के हिसाब से हम पीसफुल रैली करवाना चाहते थे। ये जो वायलेंस हुई है वो टर्म्स एंड कंडीशंस को फॉलो नहीं करने की वजह से सब हुई है।